ਸਾਡੀ ਖਾਸ ਪੇਸ਼ਕਸ਼ ਦੇ ਵਿੱਚ ਤੁਹਾਡਾ ਸਵਾਗਤ ਕਰਦਾ। ਨੋ ਬੈਂਡ ਨੋ ਬਾਚਾ। ਸੋ ਕਰੋਨਾ ਕਰਕੇ ਦੇਸ਼ ਦੇ ਅਜਿਹੇ ਹਾਲਾਤ ਬਣ ਚੁੱਕੇ ਨੇ। ਕਰੋਨਾ ਮਹਾਮਾਰੀ ਨੇ ਕਈ ਮੁਲਕਾਂ ਨੂੰ ਪ੍ਰਭਾਵਿਤ ਕੀਤਾ। ਕਈ ਮੁਲਕਾਂ ਵਿੱਚ ਲੋਕਡਾਊਨ ਲੱਗਿਆ। ਲੋਕਡਾਊਨ ਤੋਂ ਬਾਅਦ ਲੋਕਾਂ ਤੇ ਇਸ ਦਾ ਕਾਫੀ ਅਸਰ ਵੀ ਵੇਖਣ ਨੂੰ ਮਿਲਿਆ। ਕਈਆਂ ਦੇ ਵਪਾਰ ਬਰਬਾਦ ਹੋ ਚੁੱਕੇ ਨੇ, ਕਈਆਂ ਦੀਆਂ ਨੌਕਰੀਆਂ ਜਾ ਚੁੱਕੀਆਂ ਨੇ ਤੇ ਕਈ ਲੋਕ ਬੇਰੁਜ਼ਗਾਰ ਹੋ ਚੁੱਕੇ ਨੇ। ਵੱਡੇ ਵਪਾਰੀ, ਛੋਟੇ ਵਪਾਰੀ, ਦਿਹਾੜੀ ਮਜ਼ਦੂਰ ਵਾਲੇ ਹਰ ਇੱਕ ਤੇ ਲੋਕਡਾਊਨ ਦਾ गहरा असर पिया। विआह शादियां नाल संबंधित कित्तियां ते भी लॉकडाउन का असर वेखण नूं मिलिया। की बैंड वाले, की बैंकेट हॉल्स, की घोड़ियां वाले हर एक ते इस तालाबंदी का असर वेखण नूं मिलिया। अज असीं तुहानूं दिखावांगे कि इस किते नाल जुड़े लोकां दा दर्द अते परेशानियां साडी खास पेशकश जरिए। लॉकडाउन में जिथे आम जनता ते तालाबंदी का गहरा असर पिया, उत्थे लॉकडाउन तो बाद बैंड वाले, ढोल वाले अते घोड़ियां वालियां ते इसका सब तो वध असर पिया। इतों तक असर पिया कि इन्हां नूं रोटी तक दे लोग मुहताज हो चुके ने। दिहाड़ी हथों खुस चुकी है ते अपने कित्तियां नूं छड्ड होरना कम्मां करन दे लई लोग मजबूर हो चुके ने। आओ वेखदे हां दिल्ली तो साडे सहयोगी वासु मनचंदा दी यह खास पेशकश। अनलॉक 2 की प्रक्रिया शुरू हो चुकी है, पर विआह शादियां दे लई अजे तक सरकार वालों कोई नवे जिहड़े दिशा निर्देश ने वो जारी नहीं किए गए हैं। और अज भी उही दिशा निर्देश ने जो 23 मार्च को जारी किए गए सन। इस नाल जिहड़े विआह शादियां दे नाल जुड़े कई खिते हैगे ने जिन्हां दे खासा असर जिहड़ा हैगा लॉकडाउन का वेखण नूं मिलिया। भावें इंडस्ट्री होवे, भावें वो बैंड बाजे वाले होण, भावें वो ढोल वाले होण या फिर घोड़ियां वाले होण, खासा असर जिहड़ा हैगा वो इन्हां दे वेखण नूं मिलिया। इन्हां दे बिजनेस ते काफ़ी असर पिया हैगा। ਅਸੀਂ ਅੱਜ ਪਹੁੰਚੇ ਹੈਗੇ ਆ ਦਿੱਲੀ ਦੀ ਇੱਕ ਮਸ਼ਹੂਰ ਮਾਰਕੀਟ ਹੈਗੀ ਹੈ ਜਿੱਥੇ ਸਿਰਫ ਬੈਂਡ ਵਾਲੇ ਹੀ ਤੁਹਾਨੂੰ ਨਜ਼ਰ ਆਣਗੇ। ਉਹਨਾਂ ਦੀਆਂ ਦੁਕਾਨਾਂ ਨਜ਼ਰ ਆਉਂਦੀਆਂ ਨੇ ਔਰ ਸਭ ਤੋਂ ਮਸ਼ਹੂਰ ਕਈ ਦੁਕਾਨਾਂ ਹੈਗੀਆਂ ਨੇ ਜਿਨ੍ਹਾਂ ਦੇ ਕੰਮ ਵੀ ਇਸ ਲੋਕਡਾਊਨ ਕਰਕੇ ਜਿਹੜੇ ਨੇ ਉਹ ਠੱਪ ਹੋ ਚੁੱਕੇ ਨੇ। ਅੱਜ ਅਸੀਂ ਇਸ ਮਾਰਕੀਟ ਦੇ ਵਿੱਚ ਸਪੈਸ਼ਲ ਇਸੇ ਕਰਕੇ ਆਏ ਆ ਕਿ ਜਾਣਨ ਦੀ ਕੋਸ਼ਿਸ਼ ਕਰੀਏ ਕਿ ਇਸ ਖਿੱਤੇ ਦੇ ਨਾਲ ਜੁੜੇ ਜਿਹੜੇ ਲੋਕ ਹੈਗੇ ਨੇ ਉਹਨਾਂ ਤੇ ਇਸ ਦਾ ਕਿੰਨਾ ਕੁ ਅਸਰ ਪਿਆ ਹੈਗਾ। ਅਸੀਂ ਬੈਂਡ ਵਾਲਿਆਂ ਨਾਲ ਵੀ ਗੱਲਬਾਤ ਕਰਾਂਗੇ, ਘੋੜੀ ਵਾਲਿਆਂ ਨਾਲ ਵੀ ਗੱਲਬਾਤ ਕਰਾਂਗੇ ਤੇ ਹੋਰ ਜਿਹੜੇ ਇਸ ਖਿੱਤੇ ਨਾਲ ਜੁੜੇ ਲੋਕ ਹੈਗੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਤਕਲੀਫਾਂ ਜਾਣਨ ਦੀ ਕੋਸ਼ਿਸ਼ ਕਰਾਂਗੇ। बैंड बाजियां ਦੀਆਂ ਇਹ ਧੁਨਾਂ ਜਿਹੜੀਆਂ ਹੈਗੀਆਂ ਨੇ ਉਹ ਹੁਣ ਘੱਟ ਹੀ ਸੁਣਾਈ ਦੇ ਰਹੀਆਂ ਨੇ। ਉਹਦਾ ਇੱਕ ਕਾਰਨ ਹੈ ਲੌਕਡਾਊਨ ਦਾ ਪੀਰੀਅਡ ਚੱਲ ਰਿਹਾ ਹੈ। ਬੇਸ਼ੱਕ ਅਨਲੌਕ 2 ਸ਼ੁਰੂ ਹੋ ਚੁੱਕਿਆ ਹੈ, ਪਰ ਅੱਜ ਵੀ ਜਿਹੜੀਆਂ ਇਹ ਬੈਂਡ ਬਾਜੇ ਦੀਆਂ ਜਿਹੜੀਆਂ ਧੁਨਾਂ ਹੈਗੀਆਂ ਨੇ ਉਹ ਨਹੀਂ ਸੁਣਾਈ ਦੇ ਰਹੀਆਂ, ਬਹੁਤ ਘੱਟ ਸੁਣਾਈ ਦੇ ਰਹੀਆਂ ਨੇ। ਔਰ ਗਿਣਤੀ ਵੀ ਤੁਸੀਂ ਵੇਖ ਸਕਦੇ ਹੋ ਕਿ 6 ਜਣੇ ਇੱਥੇ ਹੈਗੇ ਨੇ ਬੈਂਡ ਬਾਜੇ ਵਾਲੇ, ਜਿਹੜੀ ਕਿਸੇ ਵੇਲੇ 20 ਜਾਂ 21 ਜਾਂ 25 ਤੱਕ ਹੁੰਦੀ ਸੀ। ਪਰ ਹੁਣ ਕਿਉਂਕਿ ਲੌਕਡਾਊਨ ਦੀ ਪ੍ਰਕਿਰਿਆ ਚੱਲਦੀ ਪਈ ਹੈ, ਲੌਕਡਾਊਨ ਚੱਲ ਰਿਹਾ ਹੈਗਾ ਤੇ ਸਰਕਾਰ ਵੱਲੋਂ ਜਿਹੜੇ ਦਿਸ਼ਾ ਨਿਰਦੇਸ਼ ਵਿਆਹਾਂ ਨੂੰ ਲੈ ਕੇ ਜਾਰੀ ਕੀਤੇ ਗਏ ਨੇ ਉਸ ਦੇ ਮੁਤਾਬਕ 50 ਤੋਂ ਜ਼ਿਆਦਾ ਤੁਸੀਂ ਲੋਕ ਇਕੱਠੇ ਨਹੀਂ ਕਰ ਸਕਦੇ। ਜੇਕਰ ਤੁਸੀਂ ਕਿਸੇ ਬੈਂਕਟ ਹਾਲ ਦੇ ਵਿੱਚ ਵਿਆਹ ਕਰ ਰਹੇ ਹੋ ਤੇ ਜਿਹੜੇ ਇਹ ਬੈਂਡ ਵਾਲੇ ਨੇ ਇਹਨਾਂ ਤੇ ਵੀ ਖਾਸਾ ਅਸਰ ਜਿਹੜਾ ਹੈਗਾ ਲੌਕਡਾਊਨ ਦਾ ਵੇਖਣ ਨੂੰ ਮਿਲ ਰਿਹਾ। ਗਿਣਤੀ ਵੀ ਘਟ ਚੁੱਕੀ ਹੈ
ਔਰ ਕਿੰਨੇ ਕੁ ਇਹਨਾਂ ਦੇ ਬਿਜ਼ਨਸ ਤੇ ਅਸਰ ਪਿਆ ਹੈਗਾ, ਕਿੰਨਾ ਕੁ ਇਹਨਾਂ ਦੇ ਕੰਮਕਾਜ ਤੇ ਅਸਰ ਪਿਆ ਹੈਗਾ, ਉਹ ਜਾਣਨ ਦੀ ਅਸੀਂ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਇਹ ਬੈਂਡ ਟੀਮ ਹੈਗੀ ਹੈ, ਜਿਹੜੇ ਹੁਣੇ ਤੁਸੀਂ ਇਹਨਾਂ ਦੀਆਂ ਧੁਨਾਂ ਸੁਣੀਆਂ ਹੈਗੀਆਂ, ਪਰ ਹੁਣ ਇਹ ਧੁਨਾਂ ਜਿਹੜੀਆਂ ਘੱਟ ਸੁਣਾਈ ਦੇ ਰਹੀਆਂ ਨੇ, ਕਿਉਂਕਿ ਜ਼ਾਹਿਰ ਤੌਰ ਤੇ ਜੇਕਰ ਬੈਂਕਟ ਹਾਲਸ ਦੇ ਵਿੱਚ ਵਿਆਹ ਨਹੀਂ ਹੋ ਪਾ ਰਹੇ, 50 ਦੀ ਗੈਦਰਿੰਗ ਹੋ ਰਹੀ ਹੈ, ਤਾਂ ਇਹਨਾਂ ਦੀ ਵੀ ਗਿਣਤੀ ਉੱਥੇ ਘਟਦੀ ਹੋਈ ਨਜ਼ਰ ਆ ਰਹੀ ਹੈ। ਕਿੰਨਾ ਅਸਰ ਪੜਾ ਹੈ, ਕਿੰਨਾ ਅਸਰ ਪਿਆ ਹੈਗਾ ਕਿ ਜਿਹੜਾ ਇਹ ਲੋਕਡਾਊਨ ਸ਼ੁਰੂ ਹੋਇਆ, ਲੋਕਡਾਊਨ ਤੋਂ ਬਾਅਦ ਤੁਹਾਡੇ इस बिजनेस पे कितना को असर पड़ा? बहुत असर पड़ा सर, कितना असर पड़ा? बहुत बड़ा सर। हम लोग बेघर हो गए। पहले कितना काम होता था और अब कितना काम है? बहुत कम हो गया काम। बहुत समझो कि 0 पॉइंट काम है हमारा अभी। तो फिर कैसे गुजारा कैसे हो रहा है? करार बस भाई इक्की दुक्की काम चल रहा है, इससे गुजारा हो रहा है। तो जैसे पहले गिनती होती थी 20-25 जनों की, अब सिर्फ ये 5-6 जनों की गिनती रह गई। 5-7 चलते हैं बस, 5-7 चलते हैं बस। तो फिर घर का खर्चा जो निकल रहा है वो कैसे निकल रहा है? बस इसी से निकल रहा है, थोड़ी दिक्कत करके निकल रहा है। तो आजकल कहाँ पे काम कर रहे हैं आप? आजकल तो जैसे शादी वगैरह तो हो नहीं पा रही है, अगर हो भी रही है तो 50 की गैदरिंग हो रही है, इससे ज़्यादा नहीं कर सकते। सर जी बस जिनके पास रह रहे हैं वो अपना हिसाब किताब बैठा के खाना खुराक दे रहे हैं, खा रहे हैं। काम होते हैं 5 आदमी चले आते हैं, काम कर लेते हैं। नहीं तो बैठे तो क्या करें, कोई काम है ही नहीं, मैं शादी ब्याह दुनिया संसार है ही नहीं। तो क्या आप सोच रहे हैं कि आने वाले समय में जिस तरीके से जो ये लॉकडाउन अनलॉक शुरू हो चुका है, अनलॉक 2 शुरू हो चुका है, कुछ रियायतें भी दी जा रही हैं, क्या आपको भी कुछ रियायतों की ज़रूरत है? अब काम बढ़िया निकलेगा तो हम लोग अच्छे ढंग से निकलेंगे, अच्छे ढंग से कमाई करेंगे, बच्चे के कमा के भेजेंगे, खाएंगे, बच्चे भी खुश रहेंगे, हम भी खुश रहेंगे, मालिक भी मेरा खुश रहेंगे। जब बिजनेस आगे काम निकलेंगे तो मालिक भी खुश, हम भी खुश। आजकल क्या काम हो रहा है कि जिस तरीके से अब शादियां वगैरह तो हो नहीं रही हैं, अगर हो भी रही हैं तो 50 की गैदरिंग के ज़्यादा नहीं हो पा रही? सर इतने मजदूरी कर करके पेट पाल रहे हैं, बच्चों का कैसे पाला है, ज़्यादा से ज़्यादा ही परेशानी हो रही है हम लोगों को। ये हमारा काम बंद होने से इतना हम पे असर पड़ा है जितना कभी ज़िंदगी में नहीं पड़ा हम पे असर, इतना जितना पे पड़ा इन 4 महीने के अंदर। ये समझ लो कैसे खिलाना है बच्चों को हमें पता। तो आप सरकार से क्या गुहार लगाना चाहेंगे? सरकार से यही गुहार लगाना चाहते हैं कि हमारा ये काम काज खोल जाए, जिससे हमारे बच्चों का पेट पल जाए। और एक बात और कि जैसा कि जो पहले जो गिनती होती थी आप लोगों की वो 20 से 25 होती थी कि जब किसी भी शादी में जाते थे, तो अब ये 6-7 रह गए हैं, 5-6 रह गए हैं। तो क्या आपके जो बाकी साथी थे वो यहीं पे रह रहे हैं या वापस अपने अपने गांव में चले गए? सर अपने अपने गाँव में चले गए और कुछ लोग यहाँ रह रहे हैं जो आसपास में रह रहे हैं, जैसे सोनिया विहार या सादरा जहाँ भी रह रहे हैं यहाँ या गांव में रह रहे हैं, वो सब लोग आते हैं और फिर आके वो काम करके चले जाते हैं। अब जब 4 महीने से काम ही नहीं है तो क्या करेंगे आगे वो? पहले आप दिन का कितना कमा लेते थे और अब कितना कमा पा रहे हैं? अब तो कुछ भी नहीं कमा रहे सर। पहले कमाते थे 3,000-4,000 मजदूरी मिल जाती थी शादियों के सीज़न में। शादी के सीज़न में 6,000-5,000 ज़्यादा ज़्यादा काम करने वाला बंदा था। अब ये देखो 18 किलो का बाजा है ये। जैसे मैं इसी को बजाता हूँ वैसे मुझे मजदूरी मिलती, मेरे बच्चे। अब इसके अलावा मैं कोई काम नहीं कर सकता और न ही मुझसे कोई काम आता है। अब मैं बच्चों को कैसे पालूँ ये बताइए आप। ये भी एक सबसे बड़ी प्रॉब्लम है कि अब बच्चों को कैसे पाला जाए। हमारे साथ कुछ और भी साथी मौजूद हैं। किस तरीके से अब आपका गुजारा हो पा रहा है, क्योंकि शादियां तो हो नहीं रही हैं और हो भी रही हैं तो 50 से ज़्यादा लोग इकट्ठे नहीं हो पा रहे हैं और आपकी गिनती भी कम हो गई? सर ऐसे टाइम पास हो रहा है, बस झाड़ी मजदूरी करते हैं। हाँ जी, जैसे पहले काम तो अब काम नहीं है। तो पहले कितना कमा लेते थे और अब कितना कमा पा रहे हैं? अब तो काम है ही नहीं बहुत ही, 4-5 आदमी का काम होता है। तो क्या कहना चाहेंगे आप जो सरकार को, या किस तरीके से, क्योंकि अनलॉक शुरू हो चुका है, क्या आपको भी कोई रियायत मिलनी चाहिए या कुछ एक दिशा निर्देश आपके लिए भी जारी करने चाहिए? रियायत तो मिलनी चाहिए बहुत ही। हाँ जी, काम धंधा मिलना चाहिए कोई। ठीक है। सो ਇਹ ਉਹ ਲੋਕ ਹੈਗੇ ਨੇ ਕਿ ਜਿਨ੍ਹਾਂ ਦੀਆਂ ਧੁਨਾਂ ਜਿਹੜੀਆਂ ਹੈਗੇ ਨੇ ਪਹਿਲਾਂ ਵਿਆਹਾਂ ਤੇ ਕਾਫੀ ਵੇਖਣ ਨੂੰ ਸੁਣਨ ਨੂੰ ਮਿਲਦੀਆਂ ਸੀ, ਪਰ ਹੁਣ ਇਹਨਾਂ ਦੀ ਵੀ ਗਿਣਤੀ ਘਟ ਗਈ ਹੈ ਤੇ ਨਾਲ ਹੀ ਜਿਹੜੇ ਇਹਨਾਂ ਵੱਲੋਂ ਬੈਂਡ ਬਾਜੇ ਵਜਾਏ ਜਾਂਦੇ ਸਨ
ਉਹ ਵੀ ਹੁਣ ਘੱਟ ਸੁਣਾਈ ਦੇ ਰਿਹਾ, ਕਿਉਂਕਿ ਸਰਕਾਰ ਵੱਲੋਂ ਜਿਹੜੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਉਹਨਾਂ ਦੇ ਮੁਤਾਬਕ ਵਿਆਹਾਂ ਦੇ ਵਿੱਚ ਜਿਹੜੀ ਹੈਗੀ 50 ਤੋਂ ਜ਼ਿਆਦਾ ਗੈਦਰਿੰਗ ਨਹੀਂ ਹੋ ਸਕਦੀ। ਕਿਸੇ ਟਾਈਮ ਤੇ ਜਦੋਂ ਵਿਆਹਾਂ ਦਾ ਸੀਜ਼ਨ ਹੁੰਦਾ ਸੀ ਤਾਂ 20 ਤੋਂ 25 ਇਹਨਾਂ ਦੀ ਗਿਣਤੀ ਹੁੰਦੀ ਸੀ, ਪਰ ਜਿਹੜੀ ਹੁਣ 5 ਤੋਂ 6 ਰਹਿ ਗਈ ਹੈ। ਸੋ ਇਹਨਾਂ ਨੂੰ ਕਹਾਂਗੇ ਕਿ ਇਹ ਆਪਣਾ ਜਿਹੜਾ ਦਰਦ ਹੈਗਾ ਉਹ ਹੁਣ ਕਿਸ ਤਰੀਕੇ ਦੇ ਨਾਲ ਬਿਆਨ ਕਰਨਾ ਚਾਹੁੰਦੇ ਨੇ ਉਹ ਵੀ ਸੁਣਨ ਦੀ ਕੋशिश ਕਰਾਂਗੇ। आप अपना दर्द किस तरीके से, किसी तरीके गा के या किस तरीके से आप अपना बयान करना चाहेंगे? हाँ जी सर जी, बस हमारा तो ये हुनर यही है। हाँ, इससे कमाते तो इसी से बैंड बाजा से ही मैं कह रहा हूँ कि आप अपना दर्द बयान कीजिए। ਇਹਨਾਂ ਨੇ ਆਪਣੇ ਬੈਂਡ ਬਾਜਿਆਂ ਦੇ ਨਾਲ ਆਪਣਾ ਜਿਹੜਾ ਦਰਦ ਹੈ ਉਹ ਵੀ ਬਿਆਨ ਕੀਤਾ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਵੱਲੋਂ ਜਿਹੜਾ ਗੁਜ਼ਾਰਾ ਕੀਤਾ ਜਾ ਰਿਹਾ ਔਰ ਕਾਫੀ ਮੁਸ਼ਕਲਾਂ ਦੇ ਜਿਹੜੇ ਦਿਨ ਨੇ ਉਹ ਵੀ ਇਹਨਾਂ ਨੂੰ ਵੇਖਣੇ ਪੈ ਰਹੇ ਨੇ। ਅਸੀਂ ਉਮੀਦ ਕਰਦੇ ਹਾਂ ਕਿ ਛੇਤੀ ਹੀ ਇਹਨਾਂ ਦੇ ਜਿਹੜੇ ਦਿਨ ਹੈਗੇ ਨੇ ਉਹ ਵੀ ਬਦਲਣਗੇ ਔਰ ਜਿਵੇਂ ਜਿਸ ਤਰੀਕੇ ਦੇ ਨਾਲ ਵਿਆਹਾਂ ਦੇ ਸੀਜ਼ਨ ਦੇ ਵਿੱਚ ਇਹ ਕਮਾਉਂਦੇ ਸੀ ਜਾਂ ਆਪਣੇ ਘਰ ਦਾ ਗੁਜ਼ਾਰਾ ਕਰਦੇ ਸੀ ਉਹ ਇਹਨਾਂ ਦੇ ਦਿਨ ਦੁਬਾਰਾ फिर तो आएंगे। ਅਸੀਂ ਇਹਨਾਂ ਨੂੰ ਇੱਕ ਵਾਰੀ फिर तो गुजारिश करेंगे कि खुशी के दिन भी वापस आएंगे, दोबारा एक बार फिर से आएंगे। गाइडलाइंस नहीं जारी होंगी तो एक खुशी का गीत। लॉकडाउन चलता पाया और लॉकडाउन ਨੂੰ ਲੈ ਕੇ ਜਿਹੜੀਆਂ ਵਿਆਹਾਂ ਸ਼ਾਦੀਆਂ ਨੂੰ ਲੈ ਕੇ ਜਿਹੜੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਸੀ ਉਸ 'ਚ ਅਜੇ ਕੋਈ ਬਦਲਾਅ ਨਹੀਂ ਕੀਤਾ ਗਿਆ। ਬੈਂਕਟ ਹਾਲਸ ਹੋਣ ਜਾਂ ਫਿਰ ਰਿਜ਼ੋਰਟਸ ਹੋਣ ਜਾਂ ਫਿਰ ਜਿਹੜੇ ਹੋਰ ਕਮਿਊਨਿਟੀ ਹਾਲਸ ਹੋਣ ਜਿੱਥੇ ਇਹ ਵਿਆਹ ਸ਼ਾਦੀਆਂ ਹੋ ਰਹੀਆਂ ਸੀ ਉੱਥੇ ਅੱਜ ਵੀ ਉਹੀ ਦਿਸ਼ਾ ਨਿਰਦੇਸ਼ ਨੇ ਕਿ 50 ਤੋਂ ਜ਼ਿਆਦਾ ਗੈਦਰਿੰਗ ਨਹੀਂ ਹੋ ਸਕਦੀ। ਕਿਸੇ ਵੇਲੇ ਇਹ ਜਿਹੜੇ ਢੋਲ ਵਾਲੇ ਹੈਗੇ ਨੇ ਜਾਂ ਫਿਰ ਜਿਹੜੇ ਬੋਲੀਆਂ ਪਾਉਣ ਵਾਲੇ ਹੈਗੇ ਨੇ ਇਹਨਾਂ ਦੀ ਵੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਸੀ, ਪਰ ਹੁਣ ਇਹ ਵੀ ਜਿਹੜੀ ਹੈ 2 ਤੋਂ 3 ਰਹਿ ਗਈ ਹੈ। ਸੋ ਇਹਨਾਂ ਦਾ ਵੀ ਆਪਣਾ ਜਿਹੜੀਆਂ ਕੁਝ ਪ੍ਰੋਬਲਮਸ ਹੈਗੀਆਂ ਨੇ, ਕੁਝ ਜਿਹੜੀਆਂ ਇਹਨਾਂ ਦੀਆਂ ਮਜਬੂਰੀਆਂ ਹੈਗੀਆਂ ਨੇ, ਕੀ ਕੁਝ ਕਹਿਣਾ ਹੈਗਾ ਇਹਨਾਂ ਤੋਂ ਹੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਜਿਵੇਂ ਪਹਿਲਾਂ ਲਾਕਡਾਊਨ ਤੋਂ ਪਹਿਲਾਂ ਜੋ ਤੁਸੀਂ ਵੇਖਦੇ ਸੀ ਕਿ ਬਹੁਤ ਸਾਰੀ ਗਿਣਤੀ ਦੇ ਵਿੱਚ ਤੁਸੀਂ ਵਿਆਹਾਂ ਦੇ ਵਿੱਚ ਪਹੁੰਚਦੇ ਸੀ, ਪਰ ਹੁਣ ਜਿਹੜੀ ਇਹ ਵੀ ਗਿਣਤੀ 2-3 ਰਹਿ ਗਈ ਹੈ। ਕਿੰਨਾ ਕੁ ਅਸਰ ਪਿਆ ਹੈ ਤੁਹਾਡੇ ਕੰਮਕਾਜ ਤੇ? सर काम ही नहीं है यूँ समझो, बहुत ज़्यादा सर हालत ख़राब हो गई है सर। ऐसा लग रहा है कि पहले जैसा माहौल ही नहीं रहा, जो पहले माहौल था अब कुछ वैसा नहीं रहा सर, कुछ भी। तो फिर हुण तुसी किवें गुजारा किवें कर रहे हो अपने घर दा? सर देखो अब गरीब आदमी छोटा मोटा काम करके कुछ ना कुछ तो कर ही रहा है। यही ढोल दे नाल ही अपना काम करते पे हो या कोई होर भी काम करते पे हो नाल? सर ढोल का काम आ जाता तो ढोल पे चले जाते हैं, वैसे छोटा मोटा काम कर लेते हैं। और वैसे ਵਿਆਹ ਤਾਂ ਹੁਣ ਹੋ ਨਹੀਂ ਰਹੇ, ਹੋ ਵੀ ਰਹੇ ਨੇ ਤਾਂ ਗਿਣਤੀ ਜਿਹੜੀ ਹੈਗੀ ਆ ਉਹ ਵੀ ਬਹੁਤ ਘੱਟ ਹੈਗੀ ਹੈ। ਸੋ ਵਿਆਹ ਤੋਂ ਇਲਾਵਾ ਤੁਸੀਂ ਹੁਣ ਕਿਹੜੇ ਕੰਮ ਕਰਦੇ ਪਏ? ਔਰ ਜੇਕਰ ਵਿਆਹ ਹੋ ਰਹੇ ਨੇ ਕੀ ਤੁਹਾਨੂੰ ਜਿਹੜੇ ਲੋਕ ਹੈਗੇ ਨੇ ਉਹ ਬੁਲਾ ਰਹੇ ਨੇ ਆਪਣੇ ਵਿਆਹਾਂ ਤੇ ਢੋਲ ਦੇ ਲਈ? नहीं सर अब तो बीमारी ऐसी चल रही है जो बंदा बंदे से दूर भग रहा है, आदमी आदमी के पास नहीं आ रहा। बहुत ज़्यादा हालत ख़राब हो रखी है इस बीमारी की वजह से। पहले जैसा काम धंधा ही नहीं रहा सर। अब पहले कुछ आते थे हमारी ब्याह शादियों में, अब वो कुछ पैसे नहीं आ रहे जो आते थे पहले जैसे। अब पहले जैसा माहौल ही नहीं रहा सर। ਪਹਿਲੇ ਵਰਗਾ ਮਾਹੌਲ ਨਹੀਂ ਰਿਹਾ ਕਿ ਜਿਵੇਂ ਇਹਨਾਂ ਦਾ ਤੁਸੀਂ ਸੁਣਿਆ ਕਿ ਪਹਿਲਾਂ ਜਿਵੇਂ ਇਹਨਾਂ ਦਾ ਕੰਮਕਾਜ ਹੈਗਾ ਸੀਗਾ ਉਹ ਮਾਹੌਲ ਨਹੀਂ ਰਿਹਾ ਹੈਗਾ। ਔਰ ਇਹਨਾਂ ਵੱਲੋਂ ਵੀ ਇਹੀ ਫਰਿਆਦ ਕੀਤੀ ਜਾ ਰਹੀ ਹੈ ਕਿ ਜਿਹੜੇ ਦਿਨ ਹੈਗੇ ਨੇ ਇਹਨਾਂ ਦੇ ਵੀ ਬਦਲਣ। ਸਰਕਾਰ ਤੋਂ ਇਹ ਵੀ ਇਹੀ ਗੁਹਾਰ ਲਗਾ ਰਹੇ ਨੇ ਕਿ ਜੇਕਰ ਬਾਕੀ ਥਾਵਾਂ ਤੇ ਜੇਕਰ ਦਿਸ਼ਾ ਨਿਰਦੇਸ਼ ਜਾਰੀ ਹੋਏ ਨੇ, ਹਾਲਾਂਕਿ ਕਰੋਨਾ ਦੇ ਨਾਲ ਜਿਹੜੀ ਲੜਾਈ ਲੜੀ ਜਾ ਰਹੀ ਹੈ ਉਸ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਪ੍ਰੀਕਾਸ਼ਨ ਹੈਗਾ ਉਹ ਇਹੀ ਹੈਗਾ ਹੈ ਕਿ ਜਿਹੜੀ ਸੋਸ਼ਲ ਡਿਸਟੈਂਸਿੰਗ ਨੂੰ ਮੇਨਟੇਨ ਕੀਤਾ ਜਾਵੇ। ਪਰ ਵਿਆਹ ਸ਼ਾਦੀਆਂ ਦੇ ਵਿੱਚ ਸੋਸ਼ਲ ਡਿਸਟੈਂਸਿੰਗ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਇਸੇ ਕਰਕੇ ਹੀ ਸਰਕਾਰ ਵੱਲੋਂ ਦਿਸ਼ਾ ਨਿਰਦੇਸ਼ ਜਿਹੜੇ ਇਹ ਜਾਰੀ ਕੀਤੇ ਗਏ ਨੇ ਕਿ 50 ਤੋਂ ਜ਼ਿਆਦਾ ਜਿਹੜੀ ਗੈਦਰਿੰਗ ਹੈ ਉਹ ਨਹੀਂ ਹੋਣੀ ਚਾਹੀਦੀ। ਸਾਡੇ ਨਾਲ ਹੋਰ ਵੀ ਢੋਲੀ ਹੈਗੇ ਨੇ, ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਪਹਿਲਾਂ ਜਿਵੇਂ ਕੰਮ ਨਿਕਲਦਾ ਸੀ, ਪਹਿਲਾਂ ਤਾਂ ਬਹੁਤ ਸਾਰੇ ਤੁਸੀਂ ਜਦੋਂ ਵਿਆਹਾਂ ਦਾ ਸੀਜ਼ਨ ਹੁੰਦਾ ਸੀ ਤੇ ਤੁਹਾਨੂੰ ਬੁਲਾਉਂਦੇ ਸੀ, ਪਰ ਹੁਣ
ਕੀ ਵਿਆਹਾਂ ਤੋਂ ਇਲਾਵਾ ਕੋਈ ਹੋਰ ਜਿਹੜੇ ਹੈਗੇ ਨੇ ਕੋਈ ਪ੍ਰੋਗਰਾਮਸ ਹੁੰਦੇ ਨੇ ਉਹਦੇ ਵਿੱਚ ਤੁਸੀਂ ਜਾ ਪਾ ਰਹੇ ਹੋ ਜਾਂ ਉੱਥੇ ਵੀ ਨਹੀਂ ਤੁਸੀਂ ਜਾ ਪਾ ਰਹੇ? सर कहीं नहीं जा पा रहे हम तो। अब एक साल में 6 महीने 4 महीने सीज़न चलता था, वो 4 महीने में मुश्किल चलता था सीज़न, मुश्किल से मुश्किल 4 महीने भी शायद ही काम चलता था। अब लॉकडाउन में देखो किसी से कर्जा ले लेके खा रहे खाना वाना, किसी से 200 ले आते थे, किसी से 300 ला के अब खाते थे सर। और अब काम धंधे हमारे लॉकडाउन में ख़राब हो गए पूरे। हम चाहते हैं कि हमारा काम धंधे दोबारा चालू हो जाए। ਔਰ ਪਹਿਲਾਂ ਕਿੰਨਾ ਕਮਾ ਲੈਂਦੇ ਸੀ ਤੇ ਹੁਣ ਕਿੰਨਾ ਤੁਸੀਂ ਕਮਾ ਪਾ ਰਹੇ ਹੋ? पहले सर समझ लो 1 साल में 4 महीने जो सीज़न चलता था ना, उसमें मुश्किल से मुश्किल ज़्यादा नहीं, अगर घर में 4 बंदे भी होते थे ना तो 1-1.5 लाख रुपए कमा लेते थे। और 4 महीना कमाते थे, 8 महीना बैठ के खाते थे। और अब तो मुश्किल से मुश्किल 100-200 भी आ जाए वो भी बहुत बड़ी बात हो जाती थी यार। ਬਿਲਕੁਲ 100-200 ਵੀ ਆ ਜਾਏ ਉਹ ਵੀ ਇਹ ਕਹਿ ਰਹੇ ਨੇ ਕਿ ਉਹ ਵੀ ਬਹੁਤ ਵੱਡੀ ਗੱਲ ਹੈ ਕਿ ਜੇ ਇਹਨਾਂ ਨੂੰ ਦਿਹਾੜੀ ਦਾ 100-200 ਰੁਪਈਆ ਮਿਲ ਜੇ ਉਹ ਵੀ ਬਹੁਤ ਹੈਗਾ, ਪਰ ਉਹ ਵੀ ਨਹੀਂ ਸ਼ਾਇਦ ਇਹਨਾਂ ਨੂੰ ਮਿਲ ਪਾ ਰਿਹਾ ਹੈਗਾ। ਸੋ ਲੋਕਡਾਊਨ ਤੋਂ ਬਾਅਦ ਬਹੁਤ ਸਾਰੇ ਖੇਤਰਾਂ 'ਤੇ ਜਿਹੜਾ ਹੈਗਾ ਇਸ ਦਾ ਅਸਰ ਵੇਖਣ ਨੂੰ ਮਿਲਿਆ, ਭਾਵੇਂ ਉਹ ਵੱਡੀ ਇੰਡਸਟਰੀ ਹੋਵੇ, ਭਾਵੇਂ ਛੋਟੀ ਇੰਡਸਟਰੀ ਹੋਣ, ਜਾਂ ਫਿਰ ਅਜਿਹੇ ਢੋਲੀ ਹੋਣ ਹੁਣ ਜਿਨ੍ਹਾਂ ਦੇ ਵੀ ਕੰਮਕਾਜ, ਕਿਉਂਕਿ ਇਹ ਜਿਹੜੇ ਢੋਲੀ ਹੈਗੇ ਨੇ ਇਹ ਵਿਆਹ ਸ਼ਾਦੀਆਂ ਦੇ ਨਾਲ ਜੁੜੇ ਹੋਏ ਹੁੰਦੇ ਨੇ। ਵਿਆਹ ਹੋਵੇ, ਕੋਈ ਖੁਸ਼ੀ ਦਾ ਸਮਾਗਮ ਹੋਵੇ, ਕੋਈ ਹੋਰ ਇਵੈਂਟ ਹੋਵੇ ਤਾਂ ਉੱਥੇ ਇਹਨਾਂ ਨੂੰ ਜ਼ਰੂਰ ਬੁਲਾਇਆ ਜਾਂਦਾ। ਪਰ ਹੁਣ ਕਿਉਂਕਿ ਵਿਆਹ ਨਹੀਂ ਹੋ ਪਾ ਰਹੇ ਤਾਂ ਇਹਨਾਂ ਨੂੰ ਵੀ ਜਿਹੜਾ ਹੈਗਾ ਇਹਨਾਂ ਦੀ ਵੀ ਗਿਣਤੀ ਘਟ ਗਈ ਹੈਗੀ ਹੈ ਵਿਆਹਾਂ ਦੇ ਵਿੱਚ, ਇਹ ਵੀ ਨਹੀਂ ਨਜ਼ਰ ਆ ਰਹੇ। ਸੋ ਜ਼ਾਹਿਰ ਤੌਰ ਤੇ ਇਹਨਾਂ ਦੇ ਕੰਮਕਾਜ ਤੇ ਵੀ ਜਿਹੜਾ ਖਾਸਾ ਅਸਰ ਜਿਹੜਾ ਹੈਗਾ ਉਹ ਵੇਖਣ ਨੂੰ ਮਿਲਿਆ ਹੈਗਾ। ਲੋਕਡਾਊਨ ਚੱਲਦਾ ਪਿਆ ਹੈ ਤੇ ਲੋਕਡਾਊਨ ਦੇ ਵਿਚਾਲੇ ਜਿਹੜੇ ਸਰਕਾਰ ਵੱਲੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਉਸ ਦੇ ਵਿੱਚ ਜਿਹੜੇ ਵਿਆਹ ਸ਼ਾਦੀਆਂ ਹੋ ਰਹੀਆਂ ਨੇ ਉਸ ਦੇ ਵਿੱਚ 50 ਤੋਂ ਜ਼ਿਆਦਾ ਲੋਕ ਇਕੱਠੇ ਨਹੀਂ ਹੋ ਸਕਦੇ। ਘੋੜੀ ਤੇ ਬੈਠਾ ਹੋਇਆ ਮੈਂ ਤੇ ਘੋੜੀ ਵਾਲਿਆਂ ਦਾ ਵੀ ਜਿਹੜਾ ਕੰਮ ਹੈ ਇਸ ਤੋਂ ਬਾਅਦ ਕਾਫੀ ਪ੍ਰਭਾਵਿਤ ਹੋਇਆ ਹੈ। ਬੇਸ਼ੱਕ ਅਨਲੌਕ 2 ਹੋ ਚੁੱਕਿਆ ਹੈ ਪਰ ਅਜੇ ਤੱਕ ਜਿਹੜੇ ਵਿਆਹ ਸ਼ਾਦੀਆਂ ਨੂੰ ਲੈ ਕੇ ਕੋਈ ਨਵੇਂ ਦਿਸ਼ਾ ਨਿਰਦੇਸ਼ ਜਿਹੜੇ ਨੇ ਉਹ ਜਾਰੀ ਨਹੀਂ ਕੀਤੇ ਹੈਗੇ ਨੇ। ਘੋੜੀਆਂ ਦੀ ਖਾਸ ਤੌਰ ਤੇ ਅਹਿਮੀਅਤ ਹੁੰਦੀ ਹੈ, ਲਾੜਾ ਘੋੜੀ ਤੇ ਬਹਿੰਦਾ ਹੈ ਤੇ ਉਸ ਤੋਂ ਬਾਅਦ ਜਿਹੜੀ ਬਰਾਤ ਹੈ ਉਹ ਅੱਗੇ ਵੱਧਦੀ ਹੈ, ਪਰ ਇਹਨਾਂ ਦੇ ਘਰ ਜਿਹੜੇ ਨੇ ਉਹ ਸ਼ਾਇਦ ਅੱਗੇ ਨਹੀਂ ਵੱਧ ਪਾ ਰਹੇ ਜਿਹੜੇ ਘੋੜੀਆਂ ਨੂੰ ਚਲਾਉਂਦੇ ਹੈਗੇ ਨੇ। ਜਿਹੜੇ ਵਿਆਹਾਂ ਦੇ ਵਿੱਚ ਜਿਨ੍ਹਾਂ ਨੂੰ ਬੁਲਾਇਆ ਜਾਂਦਾ ਸੀ, ਕਿਸੇ ਟਾਈਮ ਤੇ ਘੋੜੀਆਂ ਦੀ ਘਾਟ ਜਿਹੜੀ ਹੈਗੀ ਆ ਉਹ ਵੇਖੀ ਜਾਂਦੀ ਸੀ ਕਿ ਵਿਆਹਾਂ ਦੇ ਵਿੱਚ ਘੋੜੀਆਂ ਨਹੀਂ ਮਿਲ ਰਹੀਆਂ, ਇਹ ਆਮ ਤੌਰ ਤੇ ਸੁਣਨ ਨੂੰ ਮਿਲਦਾ ਸੀਗਾ। ਪਰ ਹੁਣ ਜਿੰਨੀਆਂ ਮਰਜ਼ੀ ਤੁਸੀਂ ਘੋੜੀਆਂ ਲੈ ਲਓ ਪਰ ਲੈਣ ਵਾਲਾ ਕੋਈ ਨਹੀਂ ਹੈ, ਕਿਉਂਕਿ ਵਿਆਹਾਂ ਨੂੰ ਲੈ ਕੇ ਕੋਈ ਨਵੇਂ ਦਿਸ਼ਾ ਨਿਰਦੇਸ਼ ਜਿਹੜੇ ਨੇ ਉਹ ਅਜੇ ਤੱਕ ਜਾਰੀ ਨਹੀਂ ਹੋਏ। ਬੈਂਕਟ ਹਾਲਸ ਦੇ ਵਿੱਚ ਜਿਹੜੇ ਹੈਗੇ ਨੇ 50 ਤੋਂ ਜ਼ਿਆਦਾ ਬੰਦਿਆਂ ਦੀ ਗੈਦਰਿੰਗ ਨਹੀਂ ਹੋ ਸਕਦੀ। ਲੋਕ ਜਿਹੜੇ ਨੇ ਹੁਣ ਸਿੰਪਲ ਵਿਆਹ ਕਰ ਰਹੇ ਨੇ, ਪਰ ਇਹਨਾਂ ਤੋਂ ਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਲੋਕਡਾਊਨ ਤੋਂ ਬਾਅਦ ਤੋਂ ਹੁਣ ਤੱਕ ਜਿਹੜਾ ਹੈਗਾ ਇਹਨਾਂ ਦੇ ਕੰਮਕਾਜ 'ਤੇ ਕਿੰਨਾ ਕੁ ਅਸਰ ਪਿਆ। ਸਾਡੇ ਨਾਲ ਕਰਨ ਹੈਗੇ ਨੇ ਜਿਹੜੇ ਘੋੜੀਆਂ ਚਲਾਉਣ ਦਾ ਜਿਹੜਾ ਕੰਮ ਕਰਦੇ ਹੈਗੇ ਨੇ, ਬਰਾਤਾਂ ਦੇ ਵਿੱਚ ਪਹੁੰਚਦੇ ਸੀ। अब कितना असर पड़ा है लॉकडाउन के बाद? ये जो घोड़ियाँ अभी कम हो गई हैं, हालांकि जैसे आपने बताया कि घोड़ियाँ अब कोई ले ही नहीं रहा। नहीं ले रहा घोड़े, इसलिए नहीं ले रहा, काम ही नहीं इतना, कोई ब्याह करके राजी नहीं है। शादियों में भी अब बस मुश्किल से 20-30 आदमी जा रहे हैं, यही हो रहा, काम भी बंद हो चुका था। तो फिर घर का गुजारा कैसे हो रहा है? चल रहा है बस मालिकों से ले लेंगे, यही हो रहा बाबू जी बस। तो पहले कितना कमा लेते थे और जब तुम शादियों में जाते थे घोड़ियाँ लेके तो कितने पैसे मिल जाते थे? दिहाड़ी बन जाती थी बाबू जी, अब तो वो भी नहीं बनती। कितनी दिहाड़ी मिलती? 500-700 बन जाती थी, अब वो भी नहीं बन रही, अब 100-200 ही मिलते हैं बस। और 100-200 में गुजारा कैसे होता है? अब करना पड़ता है बाबू जी, काम करना पड़ता है। तो घोड़ी के अलावा भी, घोड़ी चलाने के अलावा भी कोई और काम भी करते हो? जैसे काम काज नहीं है, शादियां नहीं हो रही हैं तो घर पे काम कर लेते, मजदूरी का, मजदूरी काम कर लेते हैं, बस 400 रुपये दिहाड़ी मिलती है, उसी में गुजारा होता सबका। ठीक है। ਸੋ ਜਿਵੇਂ ਇਹਨਾਂ ਨੇ ਦੱਸਿਆ ਕਿ ਘੋੜੀਆਂ ਨਾ ਚੱਲਣ ਦੇ ਕਰਕੇ ਵਿਆਹਾਂ ਦੇ ਵਿੱਚ ਲੋਕ ਜਿਹੜੇ ਹੈਗੇ ਨੇ ਘੋੜੀਆਂ ਨਹੀਂ ਲਿਜਾ ਰਹੇ ਹੈਗੇ। ਜ਼ਾਹਿਰ ਤੌਰ ਤੇ ਲੋਕਡਾਊਨ ਚੱਲਦਾ ਪਿਆ, ਬੇਸ਼ੱਕ ਅਨਲੌਕ 2 ਹੋ ਚੁੱਕਿਆ ਹੈ, ਪਰ ਕਿਤੇ ਨਾ ਕਿਤੇ ਇਹਨਾਂ ਦੇ ਕੰਮ 'ਤੇ ਵੀ ਖਾਸਾ ਅਸਰ ਜਿਹੜਾ ਹੈਗਾ ਉਹ ਪਿਆ ਹੈ। ਜਿਵੇਂ ਕਰਨ ਦੱਸ ਰਹੇ ਸੀ ਕਿ ਦਿਹਾੜੀ ਮਜ਼ਦੂਰੀ ਜਿਹੜੀ ਹੈਗੀ ਆ ਉਹ ਕਰਕੇ ਉਹ ਆਪਣੇ ਘਰ ਦਾ ਗੁਜ਼ਾਰਾ ਕਰ ਰਹੇ ਨੇ। ਸੋ ਅਸੀਂ ਤੁਹਾਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਕਿ ਲੋਕਡਾਊਨ ਤੋਂ ਬਾਅਦ ਜਿਹੜੇ ਵਿਆਹਾਂ ਨੂੰ ਲੈ ਕੇ ਕੋਈ ਨਵੇਂ ਦਿਸ਼ਾ ਨਿਰਦੇਸ਼ ਨਹੀਂ ਜਾਰੀ ਹੋਏ ਅਤੇ ਲੋਕਡਾਊਨ ਦੇ ਦੌਰਾਨ ਜਿਹੜੇ ਵਿਆਹ ਸ਼ਾਦੀਆਂ ਨਾਲ ਜਿਹੜੇ ਜੁੜੇ ਹੋਏ ਖਿੱਤੇ ਹੈਗੇ ਨੇ ਉਹਨਾਂ 'ਤੇ ਕਿੰਨਾ ਕੁ ਅਸਰ ਪਿਆ, ਭਾਵੇਂ ਉਹ ਬੈਂਡ ਵਾਲੇ ਹੋਣ, ਭਾਵੇਂ ਉਹ ਘੋੜੀ ਵਾਲੇ ਹੋਣ,
ਜਾਂ ਫਿਰ ਕੋਈ ਹੋਰ ਜਿਹੜੇ ਇਸ ਖਿੱਤੇ ਨਾਲ ਜੁੜੇ ਹੋਏ ਲੋਕ ਹੈਗੇ ਨੇ। ਔਰ ਜ਼ਾਹਿਰ ਤੌਰ ਤੇ ਉਹਨਾਂ ਨੇ ਸਾਫ਼ ਤੌਰ ਤੇ ਇਹੀ ਦੱਸਿਆ ਕਿ ਕਾਫੀ ਜਿਹੜਾ ਅਸਰ ਹੈਗਾ ਲੋਕਡਾਊਨ ਦਾ ਉਹਨਾਂ ਦੇ ਵਪਾਰ ਤੇ ਪਿਆ। ਉਹਨਾਂ ਨੂੰ ਦਿਹਾੜੀ ਦੀ ਵੀ ਜਿਹੜੀ ਹੈਗੀ ਹੈ ਉਹ ਅੱਜ ਕੱਲ੍ਹ ਨਹੀਂ ਮਿਲ ਪਾ ਰਹੀ ਹੈ। ਜਿੱਥੇ ਪਹਿਲਾਂ ਉਹਨਾਂ ਨੂੰ 1000 ਤੋਂ 2000 ਰੁਪਏ ਦਿਹਾੜੀ ਜਿਹੜੀ ਰੋਜ਼ ਦੀ ਮਿਲ ਜਾਂਦੀ ਸੀ, ਪਰ ਹੁਣ ਉਹਨਾਂ ਨੂੰ 100-200 ਰੁਪਇਆ ਵੀ ਨਹੀਂ ਜਿਹੜਾ ਹੈਗਾ ਉਹ ਨਸੀਬ ਹੋ ਰਿਹਾ। ਸੋ ਸਰਕਾਰ ਵੱਲੋਂ ਉਹ ਜਿਹੜੀਆਂ ਨਵੇਂ ਦਿਸ਼ਾ ਨਿਰਦੇਸ਼ ਬੇਸ਼ੱਕ ਅਨਲੌਕ 2 ਨੂੰ ਲੈ ਕੇ ਜਿਹੜੇ ਉਹ ਜਾਰੀ ਕਰ ਦਿੱਤੇ ਗਏ ਨੇ, ਪਰ ਅਜੇ ਤੱਕ ਵਿਆਹਾਂ ਨੂੰ ਲੈ ਕੇ ਜਿਹੜੇ ਨਵੇਂ ਦਿਸ਼ਾ ਨਿਰਦੇਸ਼ ਨੇ ਉਹ ਜਾਰੀ ਨਹੀਂ ਹੋਏ ਨੇ, ਜਿਸ ਦਾ ਅਸਰ ਬਹੁਤ ਸਾਰੇ ਖਿੱਤਿਆਂ ਤੇ ਜਿਹੜਾ ਹੈਗਾ ਵੇਖਣ ਨੂੰ ਮਿਲ ਰਿਹਾ। ਵੀਡੀਓ ਜਰਨਲਿਸਟ ਜੋਸਫ ਦੇ ਨਾਲ ਵਾਸੂ ਮਨਚੰਦਾ, ਜ਼ੀ ਮੀਡੀਆ। ਦਿੱਲੀ ਵਿੱਚ ਮੌਜੂਦ ਬੈਂਡ ਵਾਲਿਆਂ ਦੀਆਂ ਦੁਕਾਨਾਂ ਅੱਜ ਕੱਲ ਬੰਦ ਦਿਖਾਈ ਦੇ ਰਹੀਆਂ ਨੇ, ਕਿਉਂਕਿ ਵਿਆਹਾਂ ਸ਼ਾਦੀਆਂ ਲਈ ਲੋਕ ਇਹਨਾਂ ਦੀਆਂ ਦੁਕਾਨਾਂ ਤੇ ਨਹੀਂ ਪਹੁੰਚ ਰਹੇ। ਕਿਸੇ ਵੇਲੇ ਦੁਕਾਨਾਂ ਤੇ ਲੰਬੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਸੀ ਤੇ ਅੱਜ ਸੀਜ਼ਨ ਦੀ ਮਾਰ ਅਤੇ ਮੌਸਮ ਤੇ ਕੁਦਰਤ ਦੀ ਮਾਰ ਕਹਿ ਸਕਦੇ ਹਾਂ ਤੇ ਇਹਨਾਂ ਤੇ ਪੈਂਦੀ ਦਿਖਾਈ ਦੇ ਰਹੀ ਹੈ। ਕੋਈ ਬੁਕਿੰਗ ਨਹੀਂ ਹੋ ਰਹੀ ਤੇ ਰੋਟੀ ਤੋਂ ਵੀ ਲੋਕ ਪਰੇਸ਼ਾਨ ਹੋ ਚੁੱਕੇ ਨੇ। ਬੈਂਡ ਬਾਜਿਆਂ ਦੀਆਂ ਇਹ ਧੁਨਾਂ ਅਤੇ ਢੋਲ ਦੀ ਥਾਪ ਅੱਜਕੱਲ ਨਹੀਂ ਸੁਣਾਈ ਦੇ ਰਹੀ, ਜਿਸ ਦਾ ਕਾਰਨ ਹੈ ਦੇਸ਼ ਭਰ 'ਚ 23 ਮਾਰਚ ਤੋਂ ਸ਼ੁਰੂ ਹੋਇਆ ਲਾਕਡਾਊਨ, ਜੋ ਕਿ ਅਜੇ ਵੀ ਜਾਰੀ ਹੈ। ਇਸ ਲਾਕਡਾਊਨ ਨੇ ਕਈ ਖੇਤਰਾਂ ਤੇ ਖਾਸਾ ਅਸਰ ਪਾਇਆ। ਲੋਕਾਂ ਕੋਲੋਂ ਉਹਨਾਂ ਦਾ ਰੋਜ਼ਗਾਰ ਖੁੱਸ ਗਿਆ, ਕਈਆਂ ਦੀਆਂ ਨੌਕਰੀਆਂ ਚਲੀਆਂ ਗਈਆਂ ਅਤੇ ਕਈਆਂ ਦੇ ਵਪਾਰ ਖਤਮ ਹੋ ਗਏ। ਇੱਕ ਇੰਡਸਟਰੀ ਤੇ ਵੀ ਇਸ ਨੇ ਲਾਕਡਾਊਨ ਨੇ ਖਾਸੀ ਮਾਰ ਮਾਰੀ ਹੈ, ਔਰ ਉਹ ਇੰਡਸਟਰੀ ਹੈ ਜਿਹੜੀ ਵਿਆਹਾਂ ਸ਼ਾਦੀਆਂ ਦੇ ਨਾਲ ਜੁੜੇ ਜਿਹੜੇ ਬਿਜ਼ਨਸ ਹੈਗੇ ਨੇ ਉਸ ਤੇ ਖਾਸਾ ਅਸਰ ਵੇਖਣ ਨੂੰ ਮਿਲਿਆ, ਕਿਉਂਕਿ ਸਰਕਾਰ ਵੱਲੋਂ ਅਜੇ ਤੱਕ ਕੋਈ ਇਹਨਾਂ ਦੇ ਲਈ ਦਿਸ਼ਾ ਨਿਰਦੇਸ਼ ਜਾਰੀ ਨਹੀਂ ਕੀਤੇ ਨੇ। ਭਾਵੇਂ ਉਹ ਬੈਂਡ ਵਾਲੇ ਹੋਣ, ਭਾਵੇਂ ਉਹ ਮੈਰਿਜ ਪੈਲੇਸਿਸ ਹੋਣ, ਭਾਵੇਂ ਉਹ ਰਿਜ਼ੋਰਟਸ ਹੋਣ, ਭਾਵੇਂ ਬੈਂਕਟ ਹਾਲਸ ਹੋਣ, ਇਹਨਾਂ ਦੇ ਲਈ ਅਜੇ ਕੋਈ ਦਿਸ਼ਾ ਨਿਰਦੇਸ਼ ਜਾਰੀ ਨਹੀਂ ਕੀਤੇ ਗਏ। ਸਾਡੇ ਨਾਲ ਨੇ ਚਾਵਲਾ ਬੈਂਡ ਦੇ ਓਨਰ ਵਿਰਿੰਦਰ ਚਾਵਲਾ ਜੀ। ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਿਰ ਹੁਣ ਉਹ ਸਰਕਾਰ ਤੋਂ ਕੀ ਉਹਨਾਂ ਦੀ ਮੰਗ ਹੈਗੀ ਹੈ ਤੇ ਕਿਸ ਤਰੀਕੇ ਦੇ ਨਾਲ ਉਹ ਉਹਨਾਂ ਦੀ ਇੰਡਸਟਰੀ ਤੇ ਜਿਹੜਾ ਲਾਕਡਾਊਨ ਦਾ ਅਸਰ ਜਿਹੜਾ ਉਹ ਵੇਖਣ ਨੂੰ ਮਿਲਿਆ। ਸਰ ਟੋਟਲੀ 100% ਡਿਫਰੈਂਸਿਸ ਅਸੀਂ ਦੇਖ ਰਹੇ ਹਾਂ, ਔਰ ਸਾਡੇ ਨਾਲ ਮਤਲਬ ਇੱਕ ਬੜੇ ਅਜੀਬੋ ਗਰੀਬ ਜਿਹਾ ਕੰਮ ਹੋ ਗਿਆ। ਸਾਨੂੰ ਕਦੀ ਇਸ ਤਰੀਕੇ ਦੀ ਕਦੀ ਮਨ ਦੇ ਅੰਦਰ ਵੀ ਐਸੀ ਮਨਸ਼ਾ ਨਹੀਂ ਆਈ ਕਿ ਅਸੀਂ ਕਦੀ ਇਸ ਤਰੀਕੇ ਦਾ ਕੋਈ ਕੰਮ ਹੋਏਗਾ, ਪਰ ਕੁਦਰਤ ਦੇ ਨਾਲ ਕੁਝ ਕਹਿ ਨਹੀਂ ਸਕਦੇ। ਬਾਕੀ ਸਾਡਾ ਬਿਜ਼ਨਸ ਟੋਟਲ ਕੋਲੈਪਸ ਹੋ ਗਿਆ। ਦੇਖिए जी, ਪਹਿਲਾਂ ਤਾਂ ਬਿਮਾਰੀ ਸਭ ਤੋਂ ਵੱਡੀ ਹੈਗੀ, ਬਿਮਾਰੀ ਦਾ ਬੜਾ ਹਾਲਾਤ ਜਿਹੜੇ ਖਰਾਬ ਚੱਲ ਰਹੇ ਨੇ। ਸਾਡੇ ਇੱਥੇ ਵੈਸੇ ਪੂਰਾ ਸੇਫਟੀ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਬੈਂਡ ਵਾਲੇ ਹੁਣ ਪਹਿਲੇ ਜਿਵੇਂ 21 ਚੱਲਦੇ ਸੀ, ਹੁਣ 5 ਆਦਮੀ ਚੱਲ ਰਹੇ ਨੇ। ਬੈਂਡ ਵਾਲਿਆਂ ਨੂੰ ਅਸੀਂ ਪੂਰਾ ਸੈਨੀਟਾਈਜ਼ ਕਰਕੇ ਔਰ ਸੈਨੀਟਾਈਜ਼ ਦੀ ਬੋਟਲ ਨਾਲ ਦਿੰਦੇ ਹਾਂ, ਗਲਵਸ ਪਹਿਨਾਉਂਦੇ ਹਾਂ, ਮਾਸਕ ਦਿੰਦੇ ਹਾਂ ਉਹਨਾਂ ਨੂੰ। ਪਰ ਇਹ 5-7 ਆਦਮੀਆਂ ਦੀ ਬਰਾਤ ਦੇ ਨਾਲ ਸਾਨੂੰ ਕੁਝ ਨਹੀਂ ਮਿਲਦਾ। ਇੱਧਰ ਮੈਂ ਇੱਕ ਗੱਲ ਕਹਿਣਾ ਚਾਹਾਂਗਾ, ਜਿਵੇਂ ਅਸੀਂ ਪਹਿਲੇ ਕੰਮ ਕਰਦੇ ਪਏ ਸੀ, ਹੁਣ ਅੱਜ ਦੇ ਕੰਮ ਐ ਨੇ ਜਿਵੇਂ ਊਂਠ ਦੇ ਮੂੰਹ 'ਚ ਜੀ ਰਿਹਾ। ਜਿਵੇਂ ਜਿਹੜੇ ਤੁਹਾਡਾ ਸਟਾਫ ਹੈਗਾ ਜਾਂ ਜਿਹੜੇ ਤੁਹਾਡੇ ਬੈਂਡ ਵਾਲੇ ਹੈਗੇ ਨੇ ਜਾਂ ਜਿਹੜੇ ਹੋਰ ਹੈਗੇ ਨੇ, ਕਿਵੇਂ ਉਹਨਾਂ ਦੀਆਂ ਜਿਹੜੀਆਂ ਪ੍ਰੋਬਲਮਸ ਹੁੰਦੀਆਂ ਨੇ ਉਹਨਾਂ ਨੂੰ ਕਿਵੇਂ ਤੁਸੀਂ ਸੌਟ ਆਊਟ ਕਰ ਰਹੇ ਹੈਗੇ? ਦੇਖੋ ਸਰ, ਪੂਰਾ ਵਰਲਡ ਤਾਂ ਕਰੋਨਾ ਨਾਲ ਲੜ ਰਿਹਾ, ਪਰ ਅਸੀਂ ਦੋ ਚੀਜ਼ਾਂ ਨਾਲ ਲੜ ਰਹੇ ਹਾਂ। ਅਸੀਂ ਕਰੋਨਾ ਨਾਲ ਲੜ ਰਹੇ ਹਾਂ ਅਤੇ ਇੱਕ ਆਪਣੇ ਬਿਜ਼ਨਸ ਨਾਲ ਲੜ ਰਹੇ ਹਾਂ। ਸਾਡੀ ਲੇਬਰ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੀ ਹੈ। ਸਾਡਾ ਪੂਰਾ ਐਨੂਅਲੀ ਠੇਕਾ ਹੁੰਦਾ ਹੈ, ਪੂਰਾ ਸਭ ਲੋਕਾਂ ਦਾ ਅਸੀਂ ਪੂਰਾ ਕੰਟਰੈਕਟ ਜਿਹੜਾ ਹੈ ਐਨੂਅਲੀ ਕਰ ਰਹੇ ਹਾਂ। ਹੁਣ ਸਾਨੂੰ ਨਾ ਚਾਹੁੰਦੇ ਹੋ ਵੀ ਉਹਨਾਂ ਨੂੰ ਪੂਰੀ ਪੇਮੈਂਟ ਦੇਣੀ ਪੈਂਦੀ ਹੈ, ਔਰ ਸਾਡੇ ਸੀਐਮ ਸਾਹਿਬ ਨੇ ਅਪੀਲ ਕੀਤੀ ਸੀ ਕਿ ਵੀ ਕਿਸੇ ਦੇ ਪੈਸੇ ਨਾ ਰੱਖੇ ਜਾਣ, ਅਤੇ ਅਸੀਂ ਸਭ ਨੂੰ ਪੂਰੀ ਪੇਮੈਂਟ ਦਿੱਤੀ ਹੈ। ਬਟ ਅਸੀਂ ਹੁਣ ਦੇ ਚੁੱਕੇ ਹਾਂ ਉਹਨਾਂ ਨੂੰ, ਪਰ ਅੱਗੋਂ ਫਰਦਰ ਅਸੀਂ ਸੋਚ ਰਹੇ ਹਾਂ ਹੁਣ ਅਸੀਂ ਕਿੱਧਰੋਂ ਲਿਆਈਏ ਪੈਸੇ। ਵਿਰਿੰਦਰ ਚਾਵਲਾ ਹੋਰਾਂ ਨੇ ਆਪਣਾ ਦਰਦ ਬਿਆਨ ਕੀਤਾ ਅਤੇ ਉਮੀਦ ਜਤਾਈ ਕਿ ਛੇਤੀ ਹੀ ਉਹਨਾਂ ਦੇ ਚੰਗੇ ਦਿਨ ਵਾਪਸ ਆਉਣਗੇ। ਤੁਹਾਨੂੰ ਦੱਸ ਦਈਏ ਕਿ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਵਿਆਹਾਂ ਦੇ ਲਈ ਬੈਂਕਟ ਹਾਲਸ 'ਚ 50 ਤੋਂ ਵੱਧ ਲੋਕਾਂ ਦਾ ਇਕੱਠ ਨਹੀਂ ਹੋ ਸਕਦਾ, ਤਾਂ ਜੋ ਕੋਰੋਨਾ ਮਹਾਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਵਿਆਹਾਂ ਸ਼ਾਦੀਆਂ ਦੇ ਨਾਲ ਸੰਬੰਧਿਤ ਕਿੱਤੇ ਦੇ ਨਾਲ ਜੁੜੇ ਵਪਾਰੀਆਂ ਨੂੰ ਵੀ ਉਮੀਦ ਹੈ ਕਿ ਛੇਤੀ ਹੀ ਸਭ ਕੁਝ ਠੀਕ ਹੋ ਜਾਵੇਗਾ ਅਤੇ ਵਿਆਹਾਂ ਦੇ ਸੀਜ਼ਨ 'ਚ ਇੱਕ ਵਾਰ ਫਿਰ ਤੋਂ ਉਹਨਾਂ ਦੀਆਂ ਦੁਕਾਨਾਂ ਤੇ ਰੌਣਕਾਂ ਵਾਪਸ ਆਉਣਗੀਆਂ। ਪਰ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਉਹ ਸਰਕਾਰ ਦੇ ਫੈਸਲੇ ਦੇ ਨਾਲ ਖੜੇ ਨੇ ਅਤੇ ਜੋ ਵੀ ਦਿਸ਼ਾ ਨਿਰਦੇਸ਼ ਸਰਕਾਰ ਵੱਲੋਂ ਜਾਰੀ ਕੀਤੇ ਜਾ ਰਹੇ ਨੇ ਉਹਨਾਂ ਵੱਲੋਂ ਪੂਰੀ ਪਾਲਣਾ ਕੀਤੀ ਜਾ ਰਹੀ ਹੈ।
ਤੇ ਇਹੀ ਹਾਲ ਰਾਜਧਾਨੀ ਚੰਡੀਗੜ੍ਹ ਦੇ ਮੈਰਿਜ ਪੈਲਸ ਵਾਲਿਆਂ ਦਾ, ਜਿਨ੍ਹਾਂ ਵਿੱਚ ਰੌਣਕਾਂ ਨਜ਼ਰ ਨਹੀਂ ਆ ਰਹੀਆਂ। ਖਾਲੀ ਕੁਰਸੀਆਂ ਤੇ ਖਾਲੀ ਬੈਂਕਟ ਹਾਲਸ ਤੇ ਬਸ ਇਹੀ ਸਭ ਕੁਝ ਦਿਖਾਈ ਦੇ ਰਿਹਾ ਹੈ। ਮੈਰਿਜ ਪੈਲਸ ਦੇ ਪ੍ਰਬੰਧਕਾਂ ਦੀਆਂ ਵੀ ਪਰੇਸ਼ਾਨੀਆਂ ਨੇ, ਉਹਨਾਂ ਦਾ ਦਰਦ ਵੀ ਤੁਹਾਨੂੰ ਇਹ ਰਿਪੋਰਟ ਦੇ ਵਿੱਚ ਸੁਣਾ ਦਿੰਦੇ ਹਾਂ। ਲਾਕਡਾਊਨ ਦਾ ਅਸਰ ਹਰੇਕ ਖੇਤਰ ਤੇ ਵੇਖਣ ਨੂੰ ਮਿਲਿਆ। ਲਾਕਡਾਊਨ ਨੇ ਕੀ ਵੱਡੇ ਅਤੇ ਕੀ ਛੋਟੇ ਵਪਾਰੀ, ਹਰ ਇੱਕ ਦੇ ਵਪਾਰ ਤੇ ਇਸ ਨੇ ਅਸਰ ਪਾਇਆ। ਵਿਆਹਾਂ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਮੈਰਿਜ ਪੈਲੇਸਿਸ 'ਚ 50 ਤੋਂ ਵੱਧ ਲੋਕਾਂ ਦਾ ਇਕੱਠ ਨਹੀਂ ਕੀਤਾ ਜਾ ਸਕਦਾ, ਜਿਸ ਕਾਰਨ ਮੈਰਿਜ ਪੈਲੇਸਿਸ ਅਤੇ ਰਿਜ਼ੋਰਟਸ 'ਚ ਵਿਆਹ ਘਟ ਗਏ ਨੇ ਅਤੇ ਜੇਕਰ ਹੋ ਵੀ ਰਹੇ ਨੇ ਤਾਂ ਗਿਣਤੀ ਬਹੁਤ ਘਟ ਗਈ ਹੈ, ਜਿਸ ਦਾ ਸਿੱਧਾ ਅਸਰ ਇਹਨਾਂ ਬੈਂਕਟ ਹਾਲਸ ਜਾਂ ਫਿਰ ਰਿਜ਼ੋਰਟਸ ਦੇ ਮਾਲਕਾਂ ਤੇ ਪਿਆ। ਕਦੇ ਇਸ ਸੜਕ ਤੇ ਰੌਣਕਾਂ ਹੁੰਦੀਆਂ ਸਨ, ਕਦੇ ਇਹਨਾਂ ਮੈਰਿਜ ਪੈਲੇਸਿਸ 'ਚ ਭੀੜ ਹੁੰਦੀ ਸੀ, ਪਰ ਅੱਜ ਇਹ ਸੜਕਾਂ ਵੀ ਸੁੰਨੀਆਂ ਹਨ ਅਤੇ ਇੱਥੇ ਮੌਜੂਦ ਮੈਰਿਜ ਪੈਲੇਸਿਸ ਵੀ। ਕਾਰਨ ਲਾਕਡਾਊਨ। ਪੂਰੀ ਦੁਨੀਆ ਦੇ ਵਿੱਚ ਭਾਰਤ ਦੂਜੀ ਅਜਿਹੀ ਥਾਂ ਹੈ ਜਿੱਥੇ ਸਭ ਤੋਂ ਜ਼ਿਆਦਾ ਵਿਆਹਾਂ ਤੇ ਖਰਚਾ ਹੁੰਦਾ ਹੈ ਤੇ ਪੰਜਾਬ ਜਿਹੜਾ ਹੈ ਉਹ ਬਿਗ ਫੈਟ ਵੈਡਿੰਗ ਲਈ ਜਾਣਿਆ ਜਾਂਦਾ ਹੈ। ਪੰਜਾਬ ਦੀ ਜੇ ਗੱਲ ਕਰੀਏ ਤਾਂ ਕੁੱਲ ਇੱਥੇ ਰਜਿਸਟਰਡ 3400 ਮੈਰਿਜ ਪੈਲੇਸ ਨੇ, ਜਿੱਥੇ ਲਾਕਡਾਊਨ ਦੇ ਦੌਰਾਨ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਦੂਜੇ ਬਿਜ਼ਨਸ ਪ੍ਰਭਾਵਿਤ ਹੋਏ ਨੇ, ਉੱਥੇ ਹੀ ਜਿਹੜੇ ਮੈਰਿਜ ਪੈਲੇਸ ਚਲਾ ਰਹੇ ਨੇ ਉਹਨਾਂ ਤੇ ਵੀ ਕਾਫੀ ਜ਼ਿਆਦਾ ਅਸਰ ਪਿਆ ਹੈ। ਚੰਡੀਗੜ੍ਹ ਤੋਂ ਸਾਡੀ ਸਹਿਯੋਗੀ ਨਿਤਿਕਾ ਮਹੇਸ਼ਵਰੀ ਨੇ ਇਹਨਾਂ ਮੈਰਿਜ ਪੈਲੇਸਿਸ ਦੇ ਮਾਲਕਾਂ ਤੇ ਪ੍ਰਬੰਧਕਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਲਾਕਡਾਊਨ ਤੋਂ ਬਾਅਦ ਉਹਨਾਂ ਦੇ ਵਪਾਰ ਤੇ ਕਿੰਨਾ ਅਸਰ ਪਿਆ। ਸੁਖਦੇਵ ਜੀ ਨੇ ਸਭ ਤੋਂ ਪਹਿਲਾਂ ਉਹਨਾਂ ਨਾਲ ਗੱਲ ਕਰਦੇ ਨੇ। ਸੁਖਦੇਵ ਜੀ, ਤੁਸੀਂ ਪ੍ਰੈਜ਼ੀਡੈਂਟ ਹੋ, ਕਿਸ ਤਰ੍ਹਾਂ ਦੇਖਦੇ ਹੋ ਕਿੰਨੇ, ਜੇ ਪੰਜਾਬ ਦੀ ਗੱਲ ਕਰੀਏ ਕਿਉਂਕਿ 3400 ਰਜਿਸਟਰਡ ਮੈਰਿਜ ਪੈਲੇਸ ਦੱਸੇ ਜਾਂਦੇ ਨੇ, ਤਾਂ ਕਿੰਨੇ ਲਗਭਗ ਜਿਹੜੇ ਨੇ ਛੋਟੇ ਵੱਡੇ ਮੈਰਿਜ ਪੈਲੇਸ ਪੰਜਾਬ ਦੇ ਵਿੱਚ ਚੱਲ ਰਹੇ ਨੇ? ਪਿਛਲੇ 3 ਮਹੀਨੇ ਦਾ ਸਫ਼ਰ ਜੇ ਕਹੀਏ ਕਿੰਨਾ ਔਖਾ ਤੁਹਾਡੇ ਲਈ ਰਿਹਾ? ਨਿਤਿਕਾ ਜੀ, ਇਸ ਤਰ੍ਹਾਂ ਪੰਜਾਬ 'ਚ ਜੇ 3400 ਰਜਿਸਟਰਡ ਮੈਰਿਜ ਪੈਲੇਸ ਨੇ ਤਾਂ ਲਗਭਗ ਐਡਾ ਹੀ ਨੰਬਰ ਕਮਿਊਨਿਟੀ ਸੈਂਟਰਸ, ਧਰਮਸ਼ਾਲਾ ਜਾਂ ਹੋਰ ਇਸ ਤਰ੍ਹਾਂ ਦੀਆਂ ਜਗ੍ਹਾ ਨੇ ਜਿਹੜੀਆਂ ਕਿ ਰਜਿਸਟਰਡ ਨਹੀਂ ਹੈਗੀਆਂ, ਉਹ ਉੱਥੇ ਵੀ ਮੈਰਿਜ ਦੇ ਫੰਕਸ਼ਨ ਕੀਤੇ ਜਾਂਦੇ ਆ। ਇਹ ਸਾਰੇ ਕਾਰੋਬਾਰੀ ਜਿਹੜੇ ਹੈਗੇ ਆ ਮੈਰਿਜ ਪੈਲੇਸਿਸ, ਬੈਂਕਟ ਹਾਲ ਜਾਂ ਇਸ ਤਰ੍ਹਾਂ ਦੀਆਂ ਹੋਰ ਸੰਸਥਾਵਾਂ, ਉਹ ਸਾਰੀਆਂ ਦੀਆਂ ਸਾਰੀਆਂ ਪਿਛਲੇ 3 ਮਹੀਨੇ ਤੋਂ ਬਹੁਤ ਘਾਟੇ 'ਚ ਆਈਆਂ ਹੋਈਆਂ ਨੇ। ਕੰਮ ਬਿਲਕੁਲ ਜ਼ੀਰੋ ਹੋਇਆ ਪਿਆ ਹੈ ਔਰ ਉਹਦੇ ਨਾਲ ਜਿਹੜੇ ਸਾਡੇ ਤੇ ਡਿਪੈਂਡੈਂਟ ਨੇ, ਇੱਕ ਤਾਂ ਸਾਡਾ ਆਪਣਾ ਸਟਾਫ ਹੈ ਔਰ ਦੂਸਰਾ ਜਿਹੜਾ ਹੈ ਸਾਡੇ ਤੇ ਨਿਰਭਰ ਜਿਹੜੇ ਹੈਗੇ ਆ ਕਾਰੋਬਾਰੀ ਵਰਕਰਸ, ਉਹ ਸਾਰੇ ਦੇ ਸਾਰੇ ਬੇਰੁਜ਼ਗਾਰ ਹੋਏ ਬੈਠੇ ਨੇ, ਉਹ ਆਪਣੀ ਰੋਟੀ ਰੋਜੀ ਖੋਈ ਬੈਠੇ ਨੇ। ਇੱਕ ਜਦੋਂ ਕੋਈ ਵੀ ਫੰਕਸ਼ਨ ਚੱਲਦਾ ਜਿਹਦੇ ਵਿੱਚ 200 ਜਾਂ 250 ਬੰਦਾ ਮਹਿਮਾਨ ਹੁੰਦਾ, ਉੱਥੇ ਲਗਭਗ 100 ਜਾਂ 125 ਵਰਕਰ ਕੇਟਰ ਵੇਟਰ ਦੀ ਫਾਰਮ 'ਚ, ਡੈਕੋਰੇਟਰ ਦੀ ਫਾਰਮ 'ਚ, ਫੋਟੋਗ੍ਰਾਫਰਸ, ਡੀਜੇ ਵਾਲੇ, ਸੰਗੀਤਕਾਰ, ਘੋੜੀ ਵਾਲੇ, ਚਾਟ ਪਾਪੜੀ ਵਾਲੇ, ਸਾਊਂਡ ਐਂਡ ਲਾਈਟ ਵਾਲੇ, ਫੁੱਲਾਂ ਵਾਲੇ ਤੋਂ ਇਲਾਵਾ ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਬੈਂਡ ਵਾਜੇ ਵਾਲੇ, ਉਹ ਸਾਰੇ ਸਾਡੇ ਨਾਲ ਜੁੜੇ ਹੋਏ ਨੇ ਤੇ ਉਹ ਇਸ ਵੇਲੇ ਬਿਲਕੁਲ ਆਪਣੇ ਘਰਾਂ 'ਚ ਬੇਰੁਜ਼ਗਾਰ ਹੋਏ ਬੈਠੇ ਆ, ਜਿਹੜਿਆਂ ਨੂੰ ਰੋਟੀ ਰੋਜੀ ਦੀ ਵੀ ਇਸ ਵੇਲੇ ਪਈ ਹੋਈ ਆ। ਕਿੰਨਾ ਨੁਕਸਾਨ ਜੇ ਗੱਲ ਕਰੀਏ ਲਗਭਗ ਹੋਇਆ ਹੋਣਾ ਹੈ ਤੁਹਾਨੂੰ, ਤੇ ਕੀ ਮੈਰਿਜ ਕੈਂਸਲ ਹੋਈਆਂ ਨੇ ਜਾਂ ਪੋਸਟਪੋਨ ਹੋਈਆਂ ਨੇ? ਜ਼ਿਆਦਾਤਰ ਬਹੁਤ ਸਾਰੀਆਂ ਮੈਰਿਜਸ ਕੈਂਸਲ ਹੋ ਗਈਆਂ, ਥੋੜੀਆਂ ਬਹੁਤ ਪੋਸਟਪੋਨ ਹੋਈਆਂ। ਥੋੜੇ ਬਹੁਤ ਬੰਦਿਆਂ ਦਾ ਜਿਨ੍ਹਾਂ ਦਾ ਮੈਰਿਜ ਕਰੇ ਬਿਨਾਂ ਸਰਦਾ ਨਹੀਂ, ਉਹਨਾਂ ਨੇ ਜਾ ਕੇ ਧਾਰਮਿਕ ਸੰਸਥਾਵਾਂ ਤੇ ਮੰਦਿਰ ਗੁਰਦੁਆਰਿਆਂ 'ਚ ਜਾਂ ਕਿਤੇ ਹੋਰ ਛੋਟੀ ਜਗ੍ਹਾ ਤੇ 10-15 ਬੰਦੇ ਗੈਸਟ ਲੈ ਕੇ, ਕਿਉਂਕਿ ਪ੍ਰੋਬਲਮ ਇਸ ਤਰ੍ਹਾਂ ਹੀ ਚੱਲ ਰਹੀ ਹੈ, ਸਾਰੇ ਮਹਿਸੂਸ ਕਰਦੇ, ਪਰ ਕੁਝ ਮੈਰਿਜਸ ਜ਼ਰੂਰ ਵੀ ਹੁੰਦੀਆਂ, ਉਹ ਹੋ ਵੀ ਗਈਆਂ। ਜਿਹੜਿਆਂ ਨੇ ਪਹਿਲਾਂ ਅੱਛੀਆਂ ਮੈਰਿਜ ਕਰਨੀਆਂ ਸੀਗੀਆਂ, ਉਹ ਸਾਰੀ ਬੁਕਿੰਗ, ਸਾਰਾ ਜਿਹੜਾ ਅਮਾਊਂਟ ਸਾਨੂੰ ਆਉਣਾ ਸੀ, ਸਾਰੇ ਵਰਕਰ ਨੂੰ ਜਾਣਾ ਸੀ, ਕੇਟਰ ਨੂੰ ਜਾਣਾ ਸੀ, ਵੇਟਰ ਨੂੰ ਜਾਣਾ ਸੀ, ਖਾਣਾ ਬਣਾਉਣ ਵਾਲਿਆਂ ਦੀ ਫਾਰਮ 'ਚ ਕਿਸੇ ਨੂੰ, ਡੈਕੋਰੇਟਰ ਨੂੰ ਜਾਣਾ ਸੀ, ਉਹ ਸਾਰੇ ਦਾ ਸਾਰਾ ਕਿਸੇ ਨੂੰ ਕੋਈ ਰੁਜ਼ਗਾਰ ਨਹੀਂ ਮਿਲਿਆ ਤੇ ਉਹਦੇ ਨਾਲ ਸਾਨੂੰ ਵੱਡਾ ਨੁਕਸਾਨ ਹੋਇਆ। ਸਾਨੂੰ ਇਸ ਵੇਲੇ ਆਪਣੇ ਬਿਜਲੀ ਦੇ ਬਿੱਲ, ਪੱਕੇ ਸਟਾਫ ਦੀਆਂ ਤਨਖਾਹਾਂ, ਟੈਲੀਫੋਨਾਂ ਦੇ ਬਿੱਲ ਵੀ ਭਰਨੇ ਬਹੁਤ ਮੁਸ਼ਕਲ ਹੋ ਰਹੇ ਨੇ। ਸਾਰੇ ਜਾਣੇ ਅਸੀਂ ਵੀ ਘਰਾਂ 'ਚ ਬੈਠੇ ਹਾਂ, ਵਿਹਲੇ ਬੈਠੇ ਹਾਂ। ਪੰਜਾਬ ਸਰਕਾਰ ਤੋਂ ਕੋਈ ਮੰਗ ਕੀਤੀ ਹੈ ਹੁਣ ਤੱਕ? ਕਿਉਂਕਿ ਹਲੇ ਤੁਹਾਨੂੰ ਚਾਹੇ ਟੈਕਸਿਸ ਹੋਣ, GST ਹੋਵੇ, ਉਹ ਸਾਰਾ ਕੁਝ ਤਾਂ ਭਰਨਾ ਪਏਗਾ। ਇਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਇਲੈਕਟ੍ਰਿਸਿਟੀ ਬਿਲਸ, ਇਹ ਸਾਰਾ ਕੁਝ ਸਾਨੂੰ ਦੇਣਾ ਪੈ ਰਿਹਾ। ਹਾਂ, ਇਸ ਤਰ੍ਹਾਂ ਇਹ ਸਾਰੇ ਖਰਚੇ ਜਿਹੜੇ ਪੱਕਾ ਹੈਗਾ, ਫਿਕਸਡ ਜਿਹੜਾ ਹੈਗਾ ਖਰਚੇ, ਉਹ ਤਾਂ ਸਾਨੂੰ ਪੈ ਹੀ ਰਹੇ ਨੇ ਨਾ ਜੀ। ਔਰ ਸਰਕਾਰ ਸਾਡੇ ਵੱਲ ਹਾਲੇ ਕੋਈ ਧਿਆਨ ਨਹੀਂ ਦੇ ਰਹੀ ਹੈ। ਸਰਕਾਰ ਇਹ ਤਾਂ ਕਹਿ ਰਹੀ ਹੈ ਕਿ ਸਰਕਾਰ ਇਹ ਤਾਂ ਚਾਹੁੰਦੀ ਹੈ ਵੀ ਲੋੜ ਪੈ ਗਈ ਇਹਨਾਂ ਨੂੰ ਅਸੀਂ
ਕੋਰੋਨਾ ਵਾਇਰਸ ਦੇ ਜੇ ਕੋਈ ਜ਼ਰੂਰਤ ਪੈਂਦੀ ਹੈ ਤਾਂ ਇਹਨਾਂ ਨੂੰ ਵਰਤ ਲਾਂਗੇ, ਪਰ ਇਹਨਾਂ ਨੂੰ ਚਲਾਉਣ ਬਾਰੇ ਹਲੇ ਕਿਸੇ ਸਰਕਾਰ ਨੇ ਸੋਚਿਆ ਨਹੀਂ ਹੈ ਵੀ ਇਹਨਾਂ ਨੂੰ ਚੱਲਦਾ ਰਹਿਣਾ ਚਾਹੀਦਾ। ਮੈਰਿਜ ਪੈਲੇਸਿਸ ਵਾਲਿਆਂ ਨੇ ਵੀ ਉਮੀਦ ਜਤਾਈ ਕਿ ਛੇਤੀ ਹੀ ਉਹਨਾਂ ਦੇ ਕਾਰੋਬਾਰ ਦੁਬਾਰਾ ਚੱਲਣਗੇ ਅਤੇ ਉਹਨਾਂ ਦੇ ਮੈਰਿਜ ਪੈਲੇਸਿਸ 'ਚ ਮੁੜ ਤੋਂ ਰੌਣਕਾਂ ਲੱਗਣਗੀਆਂ। ਕੈਮਰਾਮੈਨ ਅਸ਼ਵਨੀ ਮਨਹਾਸ ਦੇ ਨਾਲ ਨਿਤਿਕਾ ਮਹੇਸ਼ਪ੍ਰੀਤ, ਸੀ ਮੀਡੀਆ, ਜ਼ੀਰਕਪੁਰ। ਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵੀ ਇਹੀ ਹਾਲ ਵੇਖਣ ਨੂੰ ਮਿਲ ਰਿਹਾ ਹੈ। ਟੈਂਟ ਵਾਲੇ ਅਤੇ ਵਿਆਹਾਂ ਵਿੱਚ ਲਾਈਟਾਂ ਲਗਾਉਣ ਵਾਲਿਆਂ ਤੇ ਵੀ ਲੋਕਡਾਊਨ ਦਾ ਕਾਫੀ ਅਸਰ ਪਿਆ। ਵੱਖ-ਵੱਖ ਸ਼ਹਿਰਾਂ ਵਿੱਚ ਬੈਂਕਟ ਹਾਲਸ ਖਾਲੀ ਪਏ ਨੇ। ਦਿਹਾੜੀਦਾਰਾਂ ਨੂੰ ਦਿਹਾੜੀ ਤੱਕ ਨਹੀਂ ਮਿਲ ਰਹੀ, ਜਿਸ ਕਰਕੇ ਪਰੇਸ਼ਾਨੀ ਦਾ ਸਬਬ ਬਣਿਆ ਹੋਇਆ ਹੈ। ਜਿਵੇਂ ਕਹਿੰਦੇ ਸੀ ਨਾ ਲੋਕ ਵੀ ਅਸੀਂ ਲੋਕਾਂ ਦਾ ਬੈਂਡ ਵਜਾਉਂਦੇ ਹਾਂ, ਹੁਣ ਸਾਡਾ ਬੈਂਡ ਵੱਜ ਰਿਹਾ। ਇਹ ਕਹਿਣਾ ਹੈ ਵਿਆਹਾਂ 'ਚ ਬੈਂਡ ਬਾਜੇ ਵਜਾਉਣ ਵਾਲੇ ਮਾਸਟਰਾਂ ਦਾ, ਜੋ ਮੌਜੂਦਾ ਸਮੇਂ 'ਚ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਨੇ। ਵਜ੍ਹਾ ਕਰੋਨਾ ਮਹਾਮਾਰੀ ਕਾਰਨ ਲੱਗਿਆ ਲਾਕਡਾਊਨ, ਜਿਸ ਨੇ ਕਈ ਲੋਕਾਂ ਦਾ ਕੰਮਕਾਜ ਠੱਪ ਕਰ ਦਿੱਤਾ। ਹਾਲਾਂਕਿ ਵਿਆਹ ਹੋ ਰਹੇ ਨੇ, ਪਰ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਕੁਝ ਹੀ ਲੋਕ ਵਿਆਹਾਂ 'ਚ ਸ਼ਾਮਲ ਹੋ ਸਕਦੇ ਨੇ, ਜਿਸ ਕਾਰਨ ਸਾਦੇ ਵਿਆਹਾਂ ਦਾ ਦੌਰ ਚੱਲ ਰਿਹਾ ਹੈ ਅਤੇ ਵਿਆਹਾਂ 'ਚ ਰੌਣਕਾਂ ਲਗਾਉਣ ਵਾਲਿਆਂ ਦੀ ਜ਼ਿੰਦਗੀ ਵੀਰਾਨ ਪਈ ਹੈ। ਇਹ ਸਾਡੇ ਘੋੜੀਆਂ ਵਿਹਲੀਆਂ ਖੜੀਆਂ ਨੇ, ਬੰਦੇ ਜਿਹੜੇ ਸਾਡੇ ਕੋਲ ਕਾਰੀਗਰ ਕੰਮ ਕਰਦਾ ਸੀ, ਉਹ ਕੋਈ ਰਿਕਸ਼ਾ ਚਲਾ ਰਿਹਾ, ਕਿਸੇ ਨੇ ਪਲਾਸਟਿਕ ਦੀ ਰੇਹੜੀ ਲਾ ਰੱਖੀ ਹੈ, ਕਿਸੇ ਨੇ ਰੰਗਸਪੱਦੀ ਚੱਲੇ ਨੇ, ਕੋਈ ਐਦਾਂ ਰੁਜ਼ਗਾਰ ਕਰ ਰਹੇ ਨੇ। ਜਿਹੜੀ ਸਾਡੀ ਲੇਬਰ ਹੁੰਦੀ ਸੀ ਲਾਈਟਾਂ ਚੱਕਣ ਵਾਲੀ ਜਾਂ ਰੇਹੜੀਆਂ ਨੂੰ ਧੱਕਾ ਮਾਰਨ ਵਾਲੀਆਂ ਬੈਂਡ ਦੇ ਅੰਦਰ, ਉਹ ਲੇਬਰ ਸਾਰੀ ਫੁੱਟਪਾਥ ਤੇ ਐਵੇਂ ਬੈਠੀ ਹੈ। ਅਜਿਹਾ ਹੀ ਕੁਝ ਮਾਨਸਾ 'ਚ ਵੀ ਵੇਖਣ ਨੂੰ ਮਿਲ ਰਿਹਾ, ਜਿੱਥੇ ਬੰਦ ਪਏ ਮੈਰਿਜ ਪੈਲੇਸਿਸ ਇਸ ਗੱਲ ਦੀ ਗਵਾਹੀ ਭਰ ਰਹੇ ਨੇ ਕਿ ਕਰੋਨਾ ਨੇ ਕਾਰੋਬਾਰ ਠੱਪ ਕਰਕੇ ਰੱਖ ਦਿੱਤਾ ਹੈ। ਮੈਰਿਜ ਪੈਲੇਸ ਦੇ ਮਾਲਕਾਂ ਦਾ ਕਹਿਣਾ ਹੈ ਕਿ ਕਰੋਨਾ ਮਹਾਮਾਰੀ ਦਾ ਵਿਆਹਾਂ ਤੇ ਖਾਸਾ ਅਸਰ ਪਿਆ ਹੈ ਅਤੇ ਇਸ ਸਾਲ ਧੂਮਧਾਮ ਨਾਲ ਹੋਣ ਵਾਲੇ ਵਿਆਹ ਨਹੀਂ ਹੋ ਸਕਣਗੇ। ਇਹ ਤਾਂ ਇੱਕ ਕੰਪਲੀਟ ਕਲੋਜ਼ਰ ਹੈ, ਮਤਲਬ ਇਫੈਕਟ ਹੁੰਦਾ ਜਿਹੜਾ ਥੋੜਾ ਟਾਈਮ ਰਵੇ, ਇਹ ਲੌਂਗ ਟਰਮ ਚੱਲੂਗਾ। ਤੇ ਇਸ ਸਾਲ ਤਾਂ ਆਈ ਡੋਂਟ ਥਿੰਕ ਕਿ ਇਹ ਵਿਆਹ ਕਿਸੇ ਵੀ ਤਰੀਕੇ ਨਾਲ ਪਰਪਸਫੁਲ ਹੋਣਗੇ। ਛੋਟੀਆਂ ਵੈਡਿੰਗਸ 50 ਮੈਂਬਰਸ ਤੱਕ ਦੀਆਂ ਜਿਹੜੀਆਂ ਅਲਾਉ ਕੀਤੀਆਂ ਗਵਰਨਮੈਂਟ ਨੇ, ਉਹ ਨਾ ਤਾਂ ਕਾਸਟ ਕੱਢਦੀਆਂ ਨੇ ਤੇ ਨਾ ਹੀ ਵਾਇਬਲ ਨੇ। 50 ਲੋਕਾਂ ਨੂੰ ਇੱਥੇ ਪੁੱਟ ਕਰਨਾ ਐਡੇ ਵੱਡੇ ਪੈਲੇਸ ਦੇ ਵਿੱਚ, ਏਅਰ ਕੰਡੀਸ਼ਨਿੰਗ ਦੀ ਕਾਸਟ ਸਾਰੇ, ਕੋਈ ਟੈਂਟ ਵਾਲੇ ਨੂੰ ਅਸੀਂ ਕੰਮ ਨਹੀਂ ਦੇ ਸਕਦੇ। ਕਿਸੇ ਵੱਡੇ ਪੱਧਰ 'ਤੇ ਕੋਈ ਜੇ ਵਿਆਹ ਹੁੰਦਾ ਸੀ ਤਾਂ ਬਹੁਤ ਲੋਕ ਉਹਦੇ ਨਾਲ ਜੁੜੇ ਹੁੰਦੇ ਸੀ, ਵੇਟਰਸ, ਕਿਚਨ, ਹਲਵਾਈ, ਸਟਾਲਸ, ਟੈਂਟ, ਫਲਾਵਰ, ਈਵਨ ਛੋਟੇ ਬੱਗੀ ਵਾਲੇ ਜਿਹੜੇ ਰੱਥ ਲੈ ਕੇ ਆਉਂਦੇ ਆ ਜਾਂ ਲਾਈਟ ਵਾਲੇ ਜਿਹੜੇ ਰਾਤ ਨੂੰ ਲੜੀਆਂ ਪਾਉਂਦੇ ਆ, ਉਹ ਸਾਰੇ ਹੀ ਇਫੈਕਟ ਹੋਏ ਨੇ। ਤਾਂ ਆਲਮੋਸਟ ਇਹ ਕਹਿ ਸਕਦੇ ਹਾਂ ਆਪਾਂ ਵੀ 150 ਤੋਂ 200 ਬੰਦਾ ਪਰ ਵੈਡਿੰਗ ਇਫੈਕਟ ਹੋਇਆ। ਵਿਆਹਾਂ 'ਚ ਲਾਈਟਾਂ ਅਤੇ ਟੈਂਟ ਆਦਿ ਦੀ ਵਰਤੋਂ ਵੀ ਕੀਤੀ ਜਾਂਦੀ ਹੈ, ਜਿਸ ਨਾਲ ਵਿਆਹਾਂ ਦੀ ਰੌਣਕ ਨੂੰ ਚਾਰ ਚੰਨ ਲੱਗਦੇ ਨੇ ਅਤੇ ਇਸ ਨਾਲ ਇਹਨਾਂ ਕਾਰੋਬਾਰੀਆਂ ਨੂੰ ਵੀ ਕਾਫੀ ਮੁਨਾਫਾ ਹੁੰਦਾ ਹੈ। ਪਰ ਕਰੋਨਾ ਸੰਕਟ 'ਚ ਇਹਨਾਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜਦੋਂ ਲਾਕਡਾਊਨ ਲੱਗਿਆਗਾ ਉਸ ਟਾਈਮ ਸਾਡੇ ਕੋਲ ਕੰਮ ਸੀ ਬਹੁਤ ਜ਼ਿਆਦਾ। ਲਾਕਡਾਊਨ ਕਰਕੇ ਸਾਡਾ ਜਿਹੜਾ ਕੰਮ ਹੈਗਾ ਉਹ ਬਿਲਕੁਲ ਠੱਪ ਹੋ ਗਿਆ। ਜੋ ਕਾਰੋਬਾਰ ਸੀਗਾ ਸਾਡਾ ਬਿਲਕੁਲ ਠੱਪ ਹੋ ਗਿਆ ਤੇ ਜੋ ਸਾਡੇ ਕੋਲੇ ਬੁਕਿੰਗ ਸੀ ਉਹ ਬਿਲਕੁਲ ਬੰਦ ਹੋ ਗਈ ਔਰ ਕੈਂਸਲ ਹੋ ਗਿਆ ਪ੍ਰੋਗਰਾਮ, ਜਿਸ ਦੇ ਨਾਲ ਸਾਡਾ ਬਿਲਕੁਲ ਕੰਮ ਖਤਮ ਹੋ ਚੁੱਕਾ ਹੈ। ਤੋ ਜੋ ਸਾਡੇ ਨਾਲ ਟੈਂਟ ਵਾਲੇ ਆ, ਲਾਈਟ ਵਾਲੇ ਆ ਜਾਂ ਹੋਰ ਨੇ, ਉਹ ਬਿਲਕੁਲ ਉਹਨਾਂ ਦਾ ਕਾਰੋਬਾਰ ਬੰਦ ਹੋ ਗਿਆ ਤੇ ਭੁੱਖਮਰੀ ਦੇ ਕਾਰਨ ਉਹਨਾਂ ਦਾ ਬਿਲਕੁਲ ਸਾਰਾ ਕੰਮ ਬੰਦ ਹੀ ਹੋਇਆ ਪਿਆ ਹੈਗਾ। ਸੋ ਅਸੀਂ ਟੈਂਟ ਵਾਲੇ ਔਰ ਲਾਈਟ ਵਾਲੇ ਜਿੰਨੇ ਵੀ ਸਾਡੇ ਵਰਕਰ ਨੇ ਬਿਲਕੁਲ ਵਿਹਲੇ ਨੇ ਤੇ ਉਹਨਾਂ ਕੋਲੇ ਕੋਈ ਕੰਮ ਕਰਦਾ ਕੋਈ ਧੰਦਾ ਨਹੀਂ ਹੈਗਾ। ਸੋ ਸਾਨੂੰ ਬੇਨਤੀ ਹੈ ਪੰਜਾਬ ਸਰਕਾਰ ਨੂੰ ਕਿ ਇਹਦਾ ਮੁੱਖ ਰੱਖਦੇ ਹੋਏ ਵੀ ਸਾਡਾ ਕਾਰੋਬਾਰ ਜਲਦੀ ਤੋਂ ਜਲਦੀ ਚਲਾਇਆ ਜਾਵੇ। ਸੋ ਅਸੀਂ ਪੰਜਾਬ ਗੌਰਮੈਂਟ ਨੂੰ ਅਸੀਂ ਇੱਕ ਵਾਰ ਫਿਰ ਕਹਿੰਦੇ ਹਾਂ ਵੀ ਸਾਡਾ ਜਿਹੜਾ ਟੈਂਟ ਦਾ ਕੰਮ ਹੈਗਾ ਬਿਲਕੁਲ ਬੰਦ ਹੋਇਆ ਪਿਆ ਹੈਗਾ। ਆਏ ਦਿਨ ਵੱਧ ਰਹੇ ਕਰੋਨਾ ਕੇਸਾਂ ਨੂੰ ਵੇਖਦਿਆਂ ਹੋਇਆਂ ਸਰਕਾਰ ਦੇ ਫੈਸਲੇ ਵੀ ਸਹੀ ਜਾਪਦੇ ਨੇ, ਪਰ ਸੂਬਾ ਸਰਕਾਰ ਨੂੰ ਲੋੜ ਹੈ ਇਹਨਾਂ ਕਾਰੋਬਾਰੀਆਂ ਦੀ ਬਾਂਹ ਫੜਨ ਦੀ, ਤਾਂ ਜੋ ਇਹਨਾਂ ਦੀ ਆਰਥਿਕ ਹਾਲਤ ਥੋੜੀ ਜਿਹੀ ਸੁਧਰ ਸਕੇ। ਪਟਿਆਲਾ ਤੋਂ ਬਲਵਿੰਦਰ ਸਿੰਘ ਦੇ ਨਾਲ ਮਾਨਸਾ ਤੋਂ ਵਿਨੋਦ ਗੋਇਲ ਦੀ ਰਿਪੋਰਟ, ਜ਼ੀ ਮੀਡੀਆ। ਲੁਧਿਆਣਾ ਤੇ ਜਲੰਧਰ ਵਿੱਚ ਵੀ ਅਜਿਹੀ ਹਾਲਾਤ ਬਣੇ ਹੋਏ ਨੇ। ਇੱਥੋਂ ਦੇ ਮੈਰਿਜ ਪੈਲੇਸ ਤੇ ਰਿਜ਼ੋਰਟ ਖਾਲੀ ਪਏ ਨੇ। ਇੱਥੋਂ ਤੱਕ ਕਿ ਮਾਲਕ ਨੇ ਜੋ ਰਿਜ਼ੋਰਟਸ ਦੇ ਉਹ ਵੀ ਕਾਫੀ ਪਰੇਸ਼ਾਨ ਨੇ। ਸੋ ਕਿਸ ਤਰ੍ਹਾਂ ਦੇ ਹਾਲਾਤ ਨੇ, ਆਓ ਦੇਖਦੇ ਹਾਂ ਇਸ ਰਿਪੋਰਟ ਜ਼ਰੀਏ।
ਕੋਰੋਨਾ ਸੰਕਟ ਦੇ ਦੌਰਾਨ ਲੱਗੇ ਲਾਕਡਾਊਨ ਨੇ ਆਮ ਜਨਜੀਵਨ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਕਰ ਰੱਖਿਆ ਹੈ। ਲੋਕਾਂ ਨੂੰ ਜਿੱਥੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਲੋਕ ਭੁੱਖਮਰੀ ਦਾ ਸ਼ਿਕਾਰ ਵੀ ਹੋ ਰਹੇ ਨੇ। ਇਸ ਦਾ ਵਧੇਰੇ ਅਸਰ ਵਿਆਹ ਸਮਾਗਮਾਂ ਤੇ ਵੇਖਣ ਨੂੰ ਮਿਲਿਆ। ਦਰਅਸਲ ਪਿਛਲੇ ਕੁਝ ਮਹੀਨਿਆਂ ਤੋਂ ਮੈਰਿਜ ਪੈਲੇਸ ਬਿਲਕੁਲ ਵੀਰਾਨ ਹੋਏ ਪਏ ਨੇ ਅਤੇ ਵਿਆਹਾਂ 'ਚ ਉਹ ਰੌਣਕ ਵੇਖਣ ਨੂੰ ਨਹੀਂ ਮਿਲ ਰਹੀ ਜੋ ਕੋਰੋਨਾ ਮਹਾਮਾਰੀ ਤੋਂ ਪਹਿਲਾਂ ਨਜ਼ਰ ਆ ਰਹੀ ਸੀ। ਗੱਲ ਜਲੰਧਰ ਦੀ ਕਰੀਏ ਤਾਂ ਇੱਥੇ ਵੀ ਹਾਲਾਤ ਖਰਾਬ ਨੇ। ਜਲੰਧਰ ਦਾ ਕਲੱਬ ਕਬਾਨਾ ਵੀ ਕਈ ਮਹੀਨਿਆਂ ਤੋਂ ਵੀਰਾਨ ਪਿਆ ਹੋਇਆ ਹੈ। ਇਸ ਨੂੰ ਇਹ ਤਸਵੀਰਾਂ ਬਾਖੂਬੀ ਬਿਆਨ ਕਰ ਰਹੀਆਂ ਨੇ। ਇਸ ਪੈਲੇਸ ਦੇ ਵਾਈਸ ਪ੍ਰੈਜ਼ੀਡੈਂਟ ਰਾਹੁਲ ਨੇ ਦੱਸਿਆ ਹੈ ਕਿ ਉਹਨਾਂ ਦੇ ਕੋਲ 300 ਬੰਦੇ ਕੰਮ ਕਰਦੇ ਨੇ, ਪਰ ਪਿਛਲੇ 3 ਮਹੀਨਿਆਂ ਤੋਂ ਕੋਰੋਨਾ ਕਰਕੇ ਕੋਈ ਕੰਮ ਤੇ ਨਹੀਂ ਆ ਰਿਹਾ। ਸਰ ਇਹ ਐਡਜਸਟ ਕਰਨਾ ਪੋਸੀਬਲ ਨਹੀਂ ਜੀ। ਹੁਣ 5000 ਸਕੁਅਰ ਫੁੱਟ ਦਾ ਗਵਰਨਮੈਂਟ ਨੇ ਕਿਹਾ ਵੀ ਹਾਲ ਚਾਹੀਦਾ 50 ਬੰਦੇ ਦੇ ਫੰਕਸ਼ਨ ਕਰਨ ਲਈ ਜੀ। 10 ਬਾਈ 10 ਏਰੀਆ ਪਰ ਗੈਸਟ ਦਾ ਉਹਨਾਂ ਨੇ ਐਵਰੇਜ ਕੱਢ ਕੇ ਦਿੱਤਾ। ਹੁਣ ਇਹ ਬੈਂਕਟ ਮੇਰਾ 10500 ਸਕੁਅਰ ਫੁੱਟ ਦਾ ਹਾਲ ਹੈ ਜੀ, ਬਟ ਜੇ ਉਰੇ ਮੈਂ 50 ਬੰਦੇ ਦਾ ਫੰਕਸ਼ਨ ਕਰਾਂ ਮੇਰਾ ਰੈਂਟ ਵੀ ਨਹੀਂ ਪੂਰਾ ਹੋਣਾ। ਕੇਟਰਿੰਗ ਬਹੁਤ ਦੂਰ ਦੀ ਗੱਲ ਹੈ ਜੀ। ਕਸਟਮਰ ਨੂੰ ਰੈਂਟ ਹੀ 70-80 ਰੁਪਏ ਨਾ ਇਸ ਜਗ੍ਹਾ ਦਾ, ਉਹ ਵੀ ਮੇਰੇ ਖਰਚੇ ਨੇ ਜੀ। ਪਹਿਲਾਂ ਅਸੀਂ ਫੰਕਸ਼ਨ ਕਰਦੇ ਸੀ 200-250 ਬੰਦੇ ਦਾ, 5000-10 ਕਮਾਉਂਦੇ ਸੀਗੇ। ਹੁਣ ਇੰਨੇ ਪੈਸੇ ਲੈ ਕੇ ਵੀ ਅਸੀਂ ਨਾ ਕੁਝ ਕਮਾ ਸਕਦੇ ਤੇ ਨਾ ਪਾਰਟੀ ਨੂੰ ਉਹਦਾ ਕੁਝ ਬੈਨੀਫਿਟ ਮਿਲ ਰਿਹਾ ਜੀ। ਉੱਥੇ ਹੀ ਸਨਅਤੀ ਸ਼ਹਿਰ ਲੁਧਿਆਣਾ 'ਚ ਵੀ ਅਜਿਹੇ ਹੀ ਹਾਲਾਤ ਵੇਖਣ ਨੂੰ ਮਿਲ ਰਹੇ ਨੇ। ਕੋਰੋਨਾ ਮਹਾਮਾਰੀ ਕਾਰਨ ਕੇਂਦਰ ਸਰਕਾਰ ਨੇ ਮਾਰਚ ਦੇ ਅਖੀਰਲੇ ਹਫ਼ਤੇ 'ਚ ਦੇਸ਼ 'ਚ ਇਹਤਿਆਤ ਵਜੋਂ ਲਾਕਡਾਊਨ ਲਗਾ ਦਿੱਤਾ ਸੀ ਤਾਂ ਜੋ ਲੋਕ ਇੱਕ ਦੂਜੇ ਦੇ ਸੰਪਰਕ 'ਚ ਨਾ ਆਉਣ ਅਤੇ ਇਹ ਬਿਮਾਰੀ ਅੱਗੇ ਨਾ ਫੈਲ ਸਕੇ। ਫਿਲਹਾਲ ਮੈਰਿਜ ਪੈਲੇਸਿਸ ਤੇ ਇਸ ਦਾ ਖਾਸਾ ਅਸਰ ਵੇਖਣ ਨੂੰ ਮਿਲ ਰਿਹਾ ਹੈ ਅਤੇ ਲਾਕਡਾਊਨ ਕਰਕੇ ਇਹ ਮੈਰਿਜ ਪੈਲੇਸ ਹੁਣ ਵੀਰਾਨ ਹੋ ਚੁੱਕੇ ਨੇ। ਜਲੰਧਰ ਤੋਂ ਰਾਜੀਵ ਵਦਵਾ ਦੇ ਨਾਲ ਲੁਧਿਆਣਾ ਤੋਂ ਭਰਤ ਸ਼ਰਮਾ ਦੀ ਰਿਪੋਰਟ, ਜ਼ੀ ਮੀਡੀਆ।